ਬਸਮਾਤ ਪ੍ਰਕਾਸ਼ਕ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਸਤਿਗੁਰ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋਂ ਬਾਰ ਵਾਰ ਜਗਦੀਸਾ ਕਹਿਓ ਕੋ ਸਿੱਖ ਕਾ ਕਰ ਜਲ ਛੋਹਿਓ ਪਾਨ ਕਰਨ ਕੇ ਉਚਿਤ ਨ ਰਹਿਓ ਸੁਨ ਕਰ ਪਾਇਓ ਤਰਾਸ ਬਿਸਾਲਾ ਗਏ ਚਰਨ ਸਿੱਖ ਨੇ ਤਤਕਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ। ਆਪਾਂ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਤਿਹਾਸ ਸਰਵਨ ਕਰਨ ਵਾਸਤੇ ਗੁਰੂ ਦਰਬਾਰ ਵਿੱਚ ਪਹੁੰਚੇ ਹਾਂ। ਕੱਲ ਇਤਿਹਾਸ ਵਿੱਚ ਬਚਨ ਸਰਵਨ ਕੀਤੇ, ਸਤਿਗੁਰੂ ਦਰਬਾਰ ਵਿੱਚ ਬੈਠੇ ਹੋਏ ਨੇ। ਥੋੜੇ ਕੁ ਸਿੱਖ ਮਹਾਰਾਜ ਦੇ ਕੋਲ ਸਨ। ਸਤਿਗੁਰਾਂ ਨੇ ਆਵਾਜ਼ ਦੇ ਕੇ ਆਖਿਆ, ਕੋਈ ਸਿੱਖ ਹੈ ਸਾਨੂੰ ਪਾਣੀ ਪਿਲਾਓ, ਸਾਨੂੰ ਪਿਆਸ ਲੱਗੀ ਹੈ, ਕੋਈ ਸਿੱਖ ਸਾਨੂੰ ਜਲ ਛਕਾਉਣਾ ਕਰੋ। ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਪਾਣੀ ਮੰਗਿਆ ਤੇ ਇੱਕ ਨੌਜਵਾਨ ਲੜਕਾ ਮਹਾਰਾਜ ਦੇ ਕੋਲ ਬੈਠਾ ਹੈ। ਇਹਦੇ ਕੰਨਾਂ ਵਿੱਚ ਆਵਾਜ਼ ਪਈ ਹੈ, ਸਤਿਗੁਰੂ ਪਾਣੀ ਮੰਗਦੇ ਪਏ, ਮੈਂ ਪਾਣੀ ਪਿਲਾ ਕੇ ਸੇਵਾ ਕਰਾਂ। ਛੇਤੀ ਨਾਲ ਦੌੜਿਆ, ਪਾਣੀ ਦਾ ਕਟੋਰਾ ਭਰ ਕੇ ਮਹਾਰਾਜ ਦੇ ਸਾਹਮਣੇ ਲਿਆ ਕੇ ਆਖਣ ਲੱਗਾ, ਸਤਿਗੁਰੂ ਆਪ ਜੀ ਜਲ ਛਕੋ। ਮਹਾਰਾਜ ਸਾਹਿਬ ਜੀਆਂ ਨੇ ਜਦੋਂ ਇਹਦੇ ਚਿਹਰੇ ਵੱਲ ਤੇ ਇਹਦੇ ਹੱਥਾਂ ਵੱਲ ਵੇਖਿਆ, ਮਹਾਰਾਜ ਨੇ ਪੁੱਛਿਆ, ਕਹਿਣ ਲੱਗੇ, ਭਾਈ ਕੰਮ ਕੀ ਕਰਦਾ ਹੈ? ਮਹਾਰਾਜ ਦਾ ਇਹ ਸਵਾਲ ਸੁਣ ਕੇ ਲੜਕਾ ਕਹਿਣ ਲੱਗਾ, ਮਹਾਰਾਜ ਕੰਮ ਕਰਨ ਦੀ ਕਦੇ ਲੋੜ ਨਹੀਂ ਪਈ ਹੈ, ਮੇਰੇ ਘਰ ਦੇ ਵਿੱਚ ਧਨ ਪਦਾਰਥ ਬਹੁਤ ਜ਼ਿਆਦਾ ਹੈ, ਕਿਸੇ ਵੀ ਚੀਜ਼ ਦੀ ਘਰ ਵਿੱਚ ਕਮੀ ਨਹੀਂ ਹੈ, ਮੈਂ ਕੋਈ ਕਾਰੋਬਾਰ ਨਹੀਂ ਕਰਦਾ। ਸਤਿਗੁਰਾਂ ਨੇ ਪੁੱਛਿਆ, ਗੁਰੂ ਘਰ? ਕਹਿਣ ਲੱਗਾ, ਜੀ ਗੁਰੂ ਘਰ ਵੀ ਕਦੇ ਆ ਕੇ ਮੈਂ ਸੇਵਾ ਨਹੀਂ ਕੀਤੀ ਹੈ। ਜਦੋਂ ਇਹ ਗੱਲ ਉਸ ਲੜਕੇ ਨੇ ਆਖੀ ਤੇ ਮਹਾਰਾਜ ਨੇ ਉਹ ਪਾਣੀ ਦਾ ਭਰਿਆ ਕਟੋਰਾ ਡੋਲ ਦਿੱਤਾ। ਪਾਣੀ ਦਾ ਕਟੋਰਾ ਡੋਲ ਕੇ ਸਤਿਗੁਰੂ ਕੀ ਕਹਿਣ ਲੱਗੇ ਨੇ, ਉਹ ਅੱਜ ਆਪਾਂ ਬਚਨ ਸਰਵਨ ਕਰਾਂਗੇ। ਆਓ ਮਨ ਦੇ ਧਿਆਨ ਨੂੰ ਟਿਕਾਈਏ, ਮਿਲ ਕੇ ਆਖੀਏ, ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਕਹਿਓ ਕੋ ਸਿੱਖ ਕਾ ਕਰ ਜਲ ਛੋਹਿਓ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਇਸ ਜਲ ਦੇ ਨਾਲ ਇੱਕ ਮੁਰਦੇ ਦੇ ਹੱਥ ਲੱਗ ਗਏ ਨੇ, ਮੁਰਦੇ ਦੇ ਨਾਲ ਇਹ ਜਲ ਛੋ ਗਿਆ ਹੈ, ਇਸ ਕਰਕੇ ਸਾਡੇ ਪੀਣ ਦੇ ਯੋਗ ਨਹੀਂ ਰਹਿ ਗਿਆ। ਜਿਹੜਾ ਪਾਣੀ ਮੁਰਦੇ ਦੇ ਤਨ ਨੂੰ ਲੱਗ ਜਾਵੇ ਉਹ ਪਾਣੀ ਪੀਤਾ ਨਹੀਂ ਜਾ ਸਕਦਾ, ਪਾਣੀ ਉਹ ਦੂਸ਼ਿਤ ਹੋ ਜਾਂਦਾ, ਗੰਦਾ ਹੋ ਜਾਂਦਾ ਹੈ। ਉਹ ਸਿੱਖ ਨੌਜਵਾਨ ਲੜਕਾ ਮਹਾਰਾਜ ਦੇ ਕੋਲ ਹੀ ਖੜਾ ਹੋਇਆ, ਬੜਾ ਹੈਰਾਨ ਹੈ ਕਿ ਮੈਂ ਤੇ ਜਿਉਂਦਾ ਜਾਗਦਾ ਹਾਂ। ਮੇਰੇ ਹੱਥ ਦਾ ਪਾਣੀ ਦਾ ਕਟੋਰਾ ਲੈ ਕੇ ਮਹਾਰਾਜ ਕਹਿੰਦੇ ਕਿ ਮੁਰਦੇ ਨੂੰ ਛੂ ਗਿਆ ਹੈ। ਸਤਿਗੁਰੂ ਕਹਿਣ ਲੱਗੇ, ਮੁਰਦੇ ਦੇ ਹੱਥਾਂ ਨੂੰ ਲੱਗਾ ਇਹ ਜਲ, ਇਹ ਸਾਡੇ ਪੀਣ ਦੇ ਯੋਗ ਨਹੀਂ ਹੈ। ਪਾਨ ਕਰਨ ਕੇ ਉਚਿਤ ਨਾ ਰਹਿਓ। ਸਤਿਗੁਰੂ ਕਹਿਣ ਲੱਗੇ, ਇਹ ਪਾਣੀ ਸਾਡੇ ਪੀਣ ਦੇ ਯੋਗ ਨਹੀਂ ਹੈ। ਇੰਨੀ ਗੱਲ ਕਹਿ ਕੇ
ਉਹ ਪਾਣੀ ਦਾ ਕਟੋਰਾ ਮਹਾਰਾਜ ਨੇ ਉੱਥੇ ਹੀ ਟੇਢਾ ਕਰਕੇ ਤੇ ਪਾਣੀ ਉਹਦੇ ਵਿੱਚੋਂ ਡੋਲ ਦਿੱਤਾ। ਕਹਿਣ ਲੱਗੇ ਇੱਕ ਮੁਰਦਾ ਸਰੀਰ ਦੇ ਨਾਲ ਪਾਣੀ ਛੂ ਗਿਆ ਹੈ, ਸਾਡੇ ਪੀਣ ਦੇ ਯੋਗ ਨਹੀਂ ਹੈ। ਇਹ ਬਚਨ ਕਹਿ ਕੇ ਮਹਾਰਾਜ ਨੇ ਉਹ ਪਾਣੀ ਡੋਲ ਦਿੱਤਾ ਹੈ। ਸੁਨ ਕਰ ਪਾਇਓ ਤਰਾਸ ਬਿਸਾਲਾ। ਜਦੋਂ ਮਹਾਰਾਜ ਦੇ ਮੁਖੋਂ ਇਹ ਬਚਨ ਸੁਣੇ ਤੇ ਉਹ ਲੜਕਾ ਡਰ ਗਿਆ, ਜਿਹੜਾ ਸਾਹਮਣੇ ਖਲੋਤਾ ਸੀ ਨਾ ਮਹਾਰਾਜ ਦੇ, ਜਲ ਲੈ ਕੇ ਆਇਆ, ਡਰ ਗਿਆ। ਸਤਿਗੁਰਾਂ ਨੇ ਐਸਾ ਬਚਨ ਕਿਉਂ ਆਖਿਆ ਹੈ? ਬਹੁਤ ਭਾਰੀ ਡਰ ਦੇ ਸਹਿਤ ਹੋਣ ਕਰਕੇ ਕਹੇ ਚਰਨ ਸਿੱਖ ਨੇ ਤਤਕਾਲਾ। ਤੇ ਛੇਤੀ ਨਾਲ ਉਹ ਨੌਜਵਾਨ ਲੜਕਾ ਮਹਾਰਾਜ ਦੇ ਚਰਨ ਫੜ ਲਿਆ, ਮਾਫੀਆਂ ਮੰਗਣ ਲੱਗ ਪਿਆ। ਸਤਿਗੁਰੂ ਕੋਈ ਹੋਰ ਨਾ ਬਚਨ ਕਰ ਦੇਵੋ, ਕਿਤੇ ਕਿਸੇ ਬਚਨ ਕਰਕੇ ਮੈਨੂੰ ਕਿਤੇ ਜਨਮਾਂ ਦੇ ਗੇੜੇ ਨਾ ਪੈ ਜਾਣ। ਮਹਾਰਾਜ ਵੇਖਿਓ ਆਪਣਾ ਨਿਮਾਣਾ ਸਿੱਖ ਜਾਣ ਕੇ ਮੇਰੇ ਤੇ ਤਰਸ ਕਰਿਓ, ਮੇਰੇ ਤੇ ਰਹਿਮਤ ਕਰਿਓ। ਇਸ ਤਰ੍ਹਾਂ ਕਹਿ ਕੇ ਮਹਾਰਾਜ ਦੇ ਚਰਨਾਂ ਨੂੰ ਫੜਿਆ ਹੈ। ਸ਼ਰਮਿੰਦਤ ਬੋਲਿਓ ਤਿਸ ਬੇਰਾ। ਬੜੀ ਸ਼ਰਮ ਆਈ ਹੈ, ਬੜੀ ਲੱਜਾ ਆਈ ਹੈ ਕਿ ਮਹਾਰਾਜ ਨੇ ਮੈਨੂੰ ਮੁਰਦਾ ਤਾਂ ਆਖਿਆ ਕਿਉਂਕਿ ਮੈਂ ਕਦੇ ਸੇਵਾ ਨਹੀਂ ਕਰੀ ਹੈ। ਸ਼ਰਮਿੰਦਾ ਹੋ ਕੇ ਉਸ ਵੇਲੇ ਕਹਿਣ ਲੱਗਾ ਹੈ, ਸਿੱਖ ਕਦੀਮੀ ਮੈਂ ਗੁਰ ਕੇਰਾ। ਮਹਾਰਾਜ ਅਸੀਂ ਤੇ ਮੁੱਢ ਤੋਂ ਪੀੜ੍ਹੀ ਦਰ ਪੀੜ੍ਹੀ, ਦਾਦੇ ਤੋਂ ਪੜਦਾਦੇ ਤੋਂ ਲੈ ਕੇ ਆਪ ਜੀ ਦੇ ਘਰ ਦੇ ਸਿੱਖ ਸੇਵਕ ਹਾਂ। ਅਸੀਂ ਤੇ ਸ਼ੁਰੂ ਤੋਂ ਆਪ ਜੀ ਦੇ ਸੇਵਕ ਸਜੇ ਹਾਂ। ਮਹੁਲ ਚਰਨਨ ਕੀ ਲਿਐ ਮੋਹੀ। ਮਹਾਰਾਜ ਮਵੀ ਚਰਨਾ ਅੰਮ੍ਰਿਤ ਛਕਿਆ ਹੋਇਆ, ਮੇਰੇ ਪਰਿਵਾਰ ਨੇ ਵੀ ਚਰਨਾ ਅੰਮ੍ਰਿਤ ਛਕਿਆ ਹੋਇਆ ਹੈ। ਆਪ ਜੀ ਦੇ ਚਰਨਾਂ ਦਾ ਅੰਮ੍ਰਿਤ ਅਸੀਂ ਲਿਆ ਹੋਇਆ ਹੈ। ਬਖਸ਼ੋ ਪ੍ਰਭੂ ਦੋਸ਼ ਜੋ ਹੋਈ। ਸਤਿਗੁਰੂ ਪਾਤਸ਼ਾਹ ਜੇ ਮੇਰੇ ਕੋਲੋਂ ਕੋਈ ਦੋਸ਼ ਹੋ ਗਿਆ ਨਾ, ਕੋਈ ਗਲਤੀ ਹੋ ਗਈ ਹੈ ਤੇ ਆਪ ਜੀ ਮਾਫ ਕਰ ਦਿਓ। ਮਹਾਰਾਜ ਜੀਆਂ ਦੇ ਪਵਿੱਤਰ ਚਰਨਾਂ ਨੂੰ ਫੜ ਕੇ ਵਾਰ-ਵਾਰ ਇਹ ਲੜਕਾ ਬੇਨਤੀਆਂ ਕਰਦਾ ਹੈ, ਸਤਿਗੁਰੂ ਮੇਰਾ ਦੋਸ਼, ਮੇਰੀ ਗਲਤੀ ਨੂੰ ਆਪ ਜੀ ਮਾਫ ਕਰ ਦੇਣਾ ਕਰੋ। ਪਾਵ ਸਤਿਗੁਰ ਉਪਦੇਸ਼ਤ ਭਨੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਹੁਣ ਉਪਦੇਸ਼ ਦੇਣ ਲੱਗੇ, ਬਚਨ ਕਰਨ ਲੱਗੇ। ਸਤਿਗੁਰੂ ਆਖਦੇ ਹਨ, ਪੜ੍ਹਵੇ ਤੇ ਕੁਛ ਸਿੱਖ ਨਾ ਬਨੈ। ਮਹਾਰਾਜ ਕਹਿਣ ਲੱਗੇ ਉਹ ਸਿੱਖਾ ਕੱਲਾ ਪੜ੍ਹ ਕੇ ਕੋਈ ਸਿੱਖ ਨਹੀਂ ਬਣ ਜਾਂਦਾ ਹੈ। ਜੇ ਕੋਈ ਬੰਦਾ ਇਹ ਗੱਲ ਕਵੇ ਨਾ ਕਿ ਮੈਂ ਗ੍ਰੰਥ ਪੜ੍ਹ ਲਵਾਂ, ਮੈਂ ਗ੍ਰੰਥ ਪੜ੍ਹ ਕੇ ਮੈਂ ਸਿੱਖ ਬਣ ਜਾਵਾਂਗਾ, ਕੱਲਾ ਗ੍ਰੰਥ ਪੜ੍ਹ ਕੇ ਗਿਆਨ ਪੜ੍ਹ ਕੇ ਸਿੱਖ ਨਹੀਂ ਬਣਿਆ ਜਾਂਦਾ। ਗ੍ਰੰਥ ਪੜ੍ਹਨ ਦੇ ਨਾਲ ਨਾਲ ਸੇਵਾ ਕਰਨੀ ਅਤਿਅੰਤ ਜ਼ਰੂਰੀ ਹੈ। ਇਤਿਹਾਸ ਦੇ ਵਿੱਚ ਬਚਨ ਆਉਂਦਾ ਵੀ ਸਾਹਿਬ ਗੁਰੂ ਅੰਗਦ ਦੇਵ ਮਹਾਰਾਜ ਜੀ ਭਾਈ ਲਹਿਣਾ ਜੀ ਦੇ ਰੂਪ ਦੇ ਵਿੱਚ ਜਿੱਥੇ ਗੁਰੂ ਨਾਨਕ ਸਾਹਿਬ ਦੀ ਸੇਵਾ ਕਰਦੇ, ਬਾਣੀ ਪੜ੍ਹਦੇ, ਨਾਲ ਸੇਵਾ ਵੀ ਕਰਦੇ। ਇਹ ਬਚਨ ਆਪਾਂ ਕੱਲ੍ਹ ਵੀ ਸਰਵਣ ਕੀਤੇ ਸਨ। ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਜੇ ਬਾਣੀ ਪੜ੍ਹਦੇ ਨੇ, ਨਾਮ ਦੀ ਕਮਾਈ ਕਰਦੇ, ਨਾਲ ਨਾਲ ਸੇਵਾ ਕਰਦੇ। 12 ਸਾਲ ਪਾਣੀ ਮਹਾਰਾਜ ਜੀਆਂ ਨੇ ਆਪਣੇ ਮੋਢੇ 'ਤੇ ਰੱਖ ਕੇ ਗਾਗਰ 'ਤੇ ਉਹ ਪਾਣੀ ਢੋਇਆ ਹੈ। ਭਾਈ ਜੇਠਾ ਜੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਪਹਿਲਾ ਰੂਪ ਨੇ। ਭਾਈ ਜੇਠਾ ਜੀ ਨੇ ਬੌਲੀ ਸਾਹਿਬ ਦੇ ਵਿੱਚੋਂ, ਗੋਇੰਦਵਾਲ ਦੀ ਬੌਲੀ ਦੇ ਵਿੱਚੋਂ ਭਰ ਭਰ ਕੇ ਟੋਕਰੀਆਂ ਮਿੱਟੀ ਕੱਢੀ ਹੈ। ਐਸੀਆਂ ਬੇਅੰਤ ਸਾਖੀਆਂ ਨੇ ਇਤਿਹਾਸ ਦੇ ਵਿੱਚ। ਸੇਵਾ ਦੇ ਸਿਮਰਨ ਦੇ ਨਾਲ ਨਾਲ ਸੇਵਾ ਵੀ ਜ਼ਰੂਰੀ ਹੈ। ਜੇ ਤੁਸੀਂ ਬਾਣੀ ਪੜ੍ਹਦੇ ਹੋ, ਨਿਤਨੇਮ ਕਰਦੇ ਹੋ, ਪਾਠ ਕਰਦੇ ਹੋ, ਬੜੀ ਚੰਗੀ ਗੱਲ ਹੈ, ਕਰਨਾ ਚਾਹੀਦਾ ਵੱਧ ਤੋਂ ਵੱਧ, ਪਰ ਨਾਲ ਨਾਲ ਸੇਵਾ ਵੀ ਕਰਨੀ ਪਵੇਗੀ। ਮਹਾਰਾਜ ਨੇ ਆਖਿਆ ਸੇਵਾ ਕਰਤ ਹੋਏ ਨੇਹ ਕਾਮੀ ਤਿਸ ਕੋ ਹੋਤ ਪ੍ਰਾਪਤ ਇਹ ਸੁਆਮੀ। ਬਚਨ ਮਹਾਰਾਜ ਜੀਆਂ ਦੇ। ਭਾਈ ਮੰਝ ਵੀ ਤੇ ਸੇਵਾ ਹੀ ਕਰਦਾ ਹੈ ਨਾ ਮਹਾਰਾਜ ਦੇ ਘਰ ਵਿੱਚ, ਉਹ ਤਾਂ ਪ੍ਰਵਾਨ ਹੋਇਆ। ਤੇ ਭਾਈ ਆਦਮ ਜੀ ਸੇਵਾ ਕਰਦੇ ਤਾਂ ਪ੍ਰਵਾਨ ਹੋਏ। ਭਾਈ ਜੇਠਾ ਜੀ, ਭਾਈ ਜੈਤਾ ਜੀ ਸੇਵਾ ਕਰਦੇ। ਗੁਰਮੁਖੋ ਕਿੰਨੀਆਂ ਕੁ ਸਾਖੀਆਂ ਆਪਾਂ ਇਤਿਹਾਸ ਦੀਆਂ ਸਰਵਣ ਕਰੀਏ, ਜਿਨ੍ਹਾਂ ਜਿਨ੍ਹਾਂ ਨੇ ਪਾਇਆ ਉਹਨਾਂ ਸਿਮਰਨ ਦੇ ਨਾਲ ਸੇਵਾ ਵੀ ਕਰੀ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਹ ਸਿੱਖਾ ਬਚਨ ਇਹ ਹੈ ਕੱਲਾ ਪੜ੍ਹਿਆ ਸਿੱਖੀ ਨਹੀਂ ਉਹ ਮਿਲਦੀ, ਸਿੱਖੀ ਕਮਾਉਣੀ ਪੈਂਦੀ ਹੈ। ਤੇ ਬਖਸ਼ਿਸ਼ ਕਰਦੇ ਹਨ, ਸੇਵਾ ਕਰਨ ਸਿਦਕ ਇਹੋ ਜਾਨ। ਇਹ ਜਿਹੜੀ ਸਿਦਕ ਨਾਲ ਸੇਵਾ ਕਰਨੀ, ਇਹ ਸਿੱਖ ਦਾ ਧਰਮ ਜਾਣਨਾ ਕਰ। ਸੇਵਾ ਕਰਨੀ ਹੈ ਪਰ ਸਿਦਕ ਦੇ ਵਿੱਚ ਰਹਿ ਕੇ। ਜਿਹੜਾ ਸਿਦਕ ਵਿੱਚ ਰਹਿ ਕੇ ਸੇਵਾ ਕਰਦਾ ਹੈ ਉਹ ਸਾਡੇ ਦਰ ਤੇ ਪ੍ਰਵਾਨ ਹੁੰਦਾ ਹੈ। ਸੋ ਤੈਂ ਕਿਸ ਕੀ ਕਰੀ ਨਾ ਪਾਨ। ਪਰ ਮਹਾਰਾਜ ਕਹਿਣ ਲੱਗੇ ਤੂੰ ਭਾਈ ਸਿੱਖਾ ਆਪਣੇ ਹੱਥਾਂ ਨਾਲ ਕਿਸੇ ਦੀ ਸੇਵਾ ਨਹੀਂ ਕੀਤੀ ਹੈ। ਤੂੰ ਠੀਕ ਹੈ ਸਾਡੇ ਕੋਲ ਆਉਂਦਾ, ਦਰਸ਼ਨ ਵੀ ਕਰਦਾ ਹੋਵੇਂਗਾ, ਦੀਵਾਨ ਵਿੱਚ ਵੀ ਬੈਠਦਾ ਹੋਵੇਂਗਾ, ਲੰਗਰ ਪ੍ਰਸ਼ਾਦਾ ਵੀ ਛਕਦਾ ਹੋਵੇਂਗਾ, ਪਰ ਤੂੰ ਆਪਣੇ ਹੱਥਾਂ ਨਾਲ ਸੇਵਾ ਨਹੀਂ ਕੀਤੀ, ਨਾ ਸੰਗਤ ਦੇ ਨਾ ਕਿਸੇ ਸਾਧੂ ਦੇ। ਗੁਰਮੁਖੋ ਸੰਗਤ ਵਿੱਚ ਆਪਾਂ ਵੀ ਆਉਂਦੇ ਹਾਂ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਦਰਸ਼ਨ ਵੀ ਕਰਦੇ, ਦੀਵਾਨ ਵਿੱਚ ਬੈਠ ਕੇ ਬਚਨ ਵੀ ਸਰਵਣ ਕਰਦੇ,
ਪਰ ਇਹ ਸਾਰਾ ਕੋਈ ਤੇ ਲੜਕਾ ਵੀ ਕਰਦਾ ਜਿਹੜਾ ਮਹਾਰਾਜ ਦੇ ਕੋਲ ਪਾਣੀ ਲੈ ਕੇ ਆਇਆ। ਸਤਿਗੁਰੂ ਕਹਿਣ ਲੱਗੇ ਤੇਰੀ ਪ੍ਰਵਾਨਗੀ ਉਦੋਂ ਹੋਵੇਗੀ ਜਦੋਂ ਤੂੰ ਹੱਥੀਂ ਸੇਵਾ ਕਰੇਂਗਾ ਸੰਗਤ ਵਿੱਚ ਆ ਕੇ। ਮਹਾਰਾਜ ਕਹਿਣ ਲੱਗੇ ਇਸ ਕਰਕੇ ਤੂੰ ਕਿਸੇ ਵੀ ਸਿੱਖ ਦੀ ਆਪਣੇ ਹੱਥਾਂ ਨਾਲ ਸੇਵਾ ਨਹੀਂ ਕੀਤੀ ਹੈ। ਸੁਣ ਸਿੱਖਾ ਗੁਰਮਤਿ ਇਹ ਸਾਰ। ਇਸ ਕਰਕੇ ਇਹ ਸਿੱਖਾ ਇਹ ਗੁਰਮਤਿ ਦਾ ਇਹ ਸਾਰ ਹੈ। ਸਾਰ ਕਹੀਏ ਸਿਧਾਂਤ ਹੈ। ਗੁਰਮਤਿ ਦਾ ਵੀ ਇੱਕ ਆਪਣਾ ਸਿਧਾਂਤ ਹੈ, ਉਹ ਤੈਨੂੰ ਦੱਸਦੇ ਹਾਂ। ਸਤ ਸੰਗਤ ਕੀ ਸੇਵ ਇਹ ਉਦਾਰ। ਜਿਹੜੀ ਸਤ ਸੰਗਤ ਦੀ ਸੇਵਾ ਹੈ ਨਾ, ਸਭ ਤੋਂ ਵੱਡੀ ਹੈ, ਮਹਾਨ ਹੈ। ਭਾਈ ਗੁਰਦਾਸ ਜੀ ਨੇ ਲਿਖਿਆ, ਕਹਿਣ ਲੱਗੇ ਗੁਰ ਸੇਵਾ ਤਪਾ ਸਿਰ ਤਾਪ ਸਾਰ। ਗੁਰੂ ਦੀ ਸੇਵਾ, ਸੰਗਤ ਦੀ ਸੇਵਾ। ਇੱਕ ਪਾਸੇ ਵਿਅਕਤੀ ਕੋਈ ਤਪ ਕਰਦਾ ਪਿਆ ਹੈ, ਇੱਕ ਪਾਸੇ ਇੱਕ ਸੇਵਾ ਕਰਦਾ ਪਿਆ ਹੈ। ਸੇਵਾ ਕਰਨ ਵਾਲੇ ਦੀ ਬਖਸ਼ਿਸ਼ ਤਪ ਕਰਨ ਨਾਲੋਂ ਕਿਤੇ ਜ਼ਿਆਦੀ ਹੈ। ਤਪ ਕਰਨ ਨਾਲੋਂ ਸੇਵਾ ਕਰਨ ਵਾਲਾ ਬਹੁਤਾ ਪ੍ਰਵਾਨ ਹੈ। ਐਸੀ ਗੁਰੂ ਦੀ ਮਹਾਨ ਸੇਵਾ ਹੈ। ਹਾਥ ਪਵਿੱਤਰ ਟਹਿਲ ਤੇ ਜਾਨਹੁ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਹੜੇ ਹੱਥ ਨੇ ਨਾ ਸਾਡੇ ਪਵਿੱਤਰ ਉਦੋਂ ਹੀ ਹੁੰਦੇ ਨੇ ਜਦੋਂ ਅਸੀਂ ਇਹਨਾਂ ਹੱਥਾਂ ਦੇ ਨਾਲ ਸੇਵਾ ਕਰਦੇ ਹਾਂ। ਉਹਨਾਂ ਚਿਰ ਹੱਥ ਪਵਿੱਤਰ ਨਹੀਂ, ਹੱਥ ਸਫਲੇ ਨਹੀਂ। ਉਹਨਾਂ ਚਿਰ ਹੱਥ ਸਫਲੇ ਕਦੋਂ ਹੋਏ? ਜਦੋਂ ਇਹਨਾਂ ਹੱਥਾਂ ਨਾਲ ਸੇਵਾ ਕੀਤੀ ਹੈ। ਤੇ ਮਹਾਰਾਜ ਜੀਆਂ ਨੇ ਬਚਨ ਵੀ ਕੀਤੇ ਨਾ, ਗੁਰਬਾਣੀ ਵਿੱਚ ਆਪਾਂ ਪੜ੍ਹਦੇ ਹਾਂ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਤੇ ਸ਼ਰਵਣ ਭਲੇ ਸੋਭਨੀਕ ਹੈ ਮੇਰੀ ਜਿੰਦੜੀਏ, ਹਰ ਕੀਰਤਨ ਸੁਨੇ ਹਰ ਤੇਰੇ ਰਾਮ। ਕੰਨ ਉਹ ਸਫਲੇ ਜਿਨ੍ਹਾਂ ਨਾਲ ਬਾਣੀ ਸੁਣੀ ਹੈ। ਹੱਥ ਉਹ ਸਫਲਾ ਹੈ ਜਿਹਦੇ ਨਾਲ ਹੱਥੀਂ ਸੇਵਾ ਕੀਤੀ ਹੈ। ਸਤਿਗੁਰੂ ਕਹਿਣ ਲੱਗੇ ਸਿੱਖਾ ਹੱਥ ਉਦੋਂ ਸਫਲੇ ਹੁੰਦੇ ਜਦੋਂ ਇਹਨਾਂ ਹੱਥਾਂ ਨਾਲ ਸੇਵਾ ਕਰਦੇ ਹਾਂ। ਪਾਦ ਪਵਿੱਤਰ ਗੁਰਦਰਸ ਪਿਆਨੋ। ਤੇ ਜਿਹੜੇ ਪੈਰ ਨੇ ਇਹ ਪਵਿੱਤਰ ਉਦੋਂ ਮੰਨੇ ਜਾਣਗੇ ਜਦੋਂ ਇਹਨਾਂ ਪੈਰਾਂ ਨਾਲ ਚੱਲ ਕੇ ਗੁਰੂ ਦੇ ਦਰਸ਼ਨ ਕਰਨ ਵਾਸਤੇ ਜਾਵੇਂਗਾ, ਜਾਂ ਇਹਨਾਂ ਪੈਰਾਂ ਦੇ ਨਾਲ ਗੁਰੂ ਦੀ ਪਰਿਕਰਮਾ ਕਰੇਗਾ। ਇਹਨਾਂ ਪੈਰਾਂ ਦੇ ਨਾਲ ਚੱਲ ਕੇ ਸੇਵਾ ਕਰੇਗਾ, ਇਹ ਤੇਰੇ ਪੈਰ ਉਦੋਂ ਸਫਲੇ ਮੰਨੇ ਜਾਣਗੇ, ਉਦੋਂ ਸਫਲ ਹੋਣਗੇ ਜਦੋਂ ਇਹਨਾਂ ਪੈਰਾਂ ਨਾਲ ਚੱਲ ਕੇ ਸੰਗਤ ਵਿੱਚ ਜਾਂਦਾ ਹੈ। ਸੰਤਨ ਤੀਰਥ ਪਰਸਨ ਪੰਥਾ। ਇਸ ਕਰਕੇ ਭਾਈ ਜਿਹੜੇ ਤੀਰਥ ਹਨ ਉਹਨਾਂ ਤੀਰਥਾਂ ਤੇ ਜਾਣਾ, ਜਾਂ ਜਿਹੜੇ ਸਾਧੂ ਨੇ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਜਿਹੜੇ ਪੈਰਾਂ ਨਾਲ ਚੱਲ ਕੇ ਜਾਂਦੇ, ਉਹਨਾਂ ਦੇ ਪੈਰ ਸਫਲੇ, ਉਹਨਾਂ ਦੇ ਕਦਮ ਸਫਲੇ, ਉਹਨਾਂ ਦਾ ਸਰੀਰ ਸਫਲਾ ਹੋ ਜਾਂਦਾ ਹੈ। ਪਾਦ ਪਾਵਨ ਭਾਖੈ ਸਭ ਗ੍ਰੰਥ। ਅਤੇ ਸਾਰੇ ਗ੍ਰੰਥ ਵੀ ਇਹ ਗੱਲ ਕਹਿੰਦੇ ਨੇ, ਧਾਰਮਿਕ ਗ੍ਰੰਥ ਇਹ ਗੱਲ ਕਹਿੰਦਾ ਹੈ, ਚਰਨ ਅਮੋਲ ਪ੍ਰਦਰਸ਼ਨਾ ਦੈ ਕੈ। ਭਾਈ ਗੁਰਦਾਸ ਜੀ ਨੇ ਲਿਖਿਆ ਤੇਰੇ ਚਰਨ ਅਮੋਲਕ ਬਣ ਜਾਣਗੇ, ਕੀਮਤੀ ਬਣ ਜਾਣਗੇ, ਸਫਲੇ ਬਣ ਜਾਣਗੇ, ਪਰ ਚਰਨ ਤੇਰੇ ਸਫਲੇ ਉਦੋਂ ਬਣਨਗੇ ਜਦੋਂ ਇਹਨਾਂ ਪੈਰਾਂ ਦੇ ਨਾਲ ਤੂੰ ਗੁਰੂ ਦੇ ਦਰਸ਼ਨਾਂ ਨੂੰ ਚੱਲ ਕੇ ਜਾਵੇਂਗਾ, ਇਹਨਾਂ ਪੈਰਾਂ ਦੇ ਨਾਲ ਗੁਰੂ ਦੀਆਂ ਪਰਿਕਰਮਾ ਕਰੇਗਾ, ਉਦੋਂ ਤੇਰੇ ਪੈਰ ਸਫਲੇ ਹੋਣਗੇ। ਚਰਨ ਅਮੋਲ ਪ੍ਰਦਰਸ਼ਨਾ ਦੈ ਕੈ। ਚਰਨਾਂ ਦੇ ਨਾਲ ਪ੍ਰਦਰਸ਼ਨਾ ਕੀਤੀ, ਪਰਿਕਰਮਾ ਕੀਤੀ ਹੈ ਤੇ ਉਹ ਚਰਨ ਸਫਲੇ ਹੋ ਗਏ ਹਨ। ਸਕਲ ਰਿਖੀਕ ਸਮੇਤ ਸਰੀਰ। ਇਸ ਕਰਕੇ ਇਹ ਜਿਹੜਾ ਸਾਡਾ ਸਰੀਰ ਹੈ ਨਾ, ਇਹ ਸਾਰੀਆਂ ਰਿਖੀਆਂ ਦੇ ਸਮੇਤ, ਰਿਖੀਆਂ ਤੋਂ ਭਾਵ ਹੁੰਦਾ ਗੁਰਮੁਖੋ ਸਰੀਰ ਦੀਆਂ ਇੰਦਰੀਆਂ। ਜਿਵੇਂ ਸਾਡੀਆਂ ਅੱਖਾਂ ਨੇ, ਅੱਖਾਂ ਸਫਲੀਆਂ ਉਦੋਂ ਜਦੋਂ ਸੰਗਤ ਦੇ ਦਰਸ਼ਨ ਕੀਤੇ। ਕੰਨ ਸਫਲੇ ਉਸ ਵੇਲੇ ਹੋਏ ਜਦੋਂ ਕੰਨਾਂ ਵਿੱਚ ਬਚਨ ਸੁਣਿਆ। ਜ਼ੁਬਾਨ ਸਫਲੀ ਉਦੋਂ ਹੋਵੇਗੀ ਜਦੋਂ ਬਾਣੀ ਪੜ੍ਹਾਂਗੇ। ਪੈਰ ਸਫਲੇ ਉਦੋਂ ਹੋਣਗੇ ਜਦੋਂ ਸੰਗਤ ਵਿੱਚ ਚੱਲ ਕੇ ਜਾਵਾਂਗੇ। ਤੇ ਹੱਥ ਸਫਲੇ ਉਦੋਂ ਹੋਣਗੇ ਜਦੋਂ ਇਹਨਾਂ ਹੱਥਾਂ ਨਾਲ ਸੇਵਾ ਕਰਾਂਗੇ। ਇਹ ਸਾਰਾ ਸਰੀਰ ਸਫਲਾ ਉਦੋਂ ਹੋਵੇਗਾ ਜਦੋਂ ਸੰਗਤ ਵਿੱਚ ਆ ਕੇ ਬੈਠਾਂਗੇ। ਇਹ ਮਹਾਰਾਜ ਬਚਨ ਕਰਦੇ ਹਨ। ਸ਼ੁਭ ਕਰਮਨ ਕੀ ਸੇਵ ਸੁਧੀਰ। ਇਸ ਕਰਕੇ ਭਾਈ ਇਹ ਜਿਹੜਾ ਸਾਡਾ ਸਰੀਰ ਹੈ ਇਹ ਸ਼ੁਭ ਕਰਨਾ ਵਾਲੀ ਟਹਿਲ ਨਾਲ ਸਕਾਰਥ ਹੁੰਦਾ ਹੈ। ਇਹ ਸਾਡਾ ਸਰੀਰ ਸੇਵਾ ਕਰਕੇ ਸਫਲਾ ਹੁੰਦਾ ਹੈ। ਇਹਦੇ ਨਾਲ ਸੇਵਾ ਕਰ ਤਾਂ ਭਲਾ ਹੁੰਦਾ ਹੈ। ਇੱਕ ਵਾਰੀ ਸੰਗਤ ਕਾਬਲ ਤੋਂ ਚੱਲ ਕੇ ਆਈ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ। ਸੰਗਤ ਅੰਮ੍ਰਿਤਸਰ ਤੱਕ ਪਹੁੰਚ ਨਹੀਂ ਸਕੀ, ਥੱਕ ਗਏ ਤੇ ਥੋੜ੍ਹਾ ਜਿਹਾ ਪਿੱਛੇ ਹੀ ਆਰਾਮ ਕਰਨ ਵਾਸਤੇ ਬੈਠ ਗਏ। ਚਲੋ ਕੱਲ੍ਹ ਨੂੰ ਦਰਸ਼ਨ ਕਰਾਂਗੇ, ਅੱਜ ਥੱਕ ਗਏ ਹਾਂ, ਭੁੱਖ ਵੀ ਲੱਗੀ ਹੋਈ ਹੈ, ਪਰ ਥਕਾਵਟ ਇੰਨੀ ਹੈ ਕਿ ਪ੍ਰਸ਼ਾਦਾ ਬਣਾਉਣ ਦੀ ਵੀ ਹਿੰਮਤ ਨਹੀਂ। ਚਲੋ ਅੱਜ ਐਸੇ ਤਰ੍ਹਾਂ ਹੀ ਆਰਾਮ ਕਰ ਲਈਏ, ਕੱਲ੍ਹ ਨੂੰ ਜਾਵਾਂਗੇ ਗੁਰੂ ਦੇ ਕੋਲ ਦਰਸ਼ਨ ਕਰਾਂਗੇ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੂੰ ਪਤਾ ਲੱਗਾ ਸੰਗਤ ਆਈ ਹੈ, ਸੰਗਤ ਥੱਕੀ ਵੀ ਹੋਈ ਹੈ, ਪ੍ਰਸਾਦਾ ਵੀ ਛਕਣਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਮਾਤਾ ਗੰਗਾ ਜੀ ਨੂੰ ਕਹਿਣ ਲੱਗੇ ਲੰਗਰ ਦਾ ਇੰਤਜ਼ਾਮ ਕਰੋ, ਪ੍ਰਸ਼ਾਦਾ ਤਿਆਰ ਕਰੋ। ਮਾਤਾ ਗੰਗਾ ਜੀਆਂ ਨੇ ਦਾਲ ਬਣਾਈ ਤੇ ਪ੍ਰਸ਼ਾਦਾ ਤਿਆਰ ਕੀਤਾ। ਪ੍ਰਸ਼ਾਦਿਆਂ ਦਾ ਟੋਕਰਾ ਮਾਤਾ ਗੰਗਾ ਜੀ ਨੇ ਆਪਣੇ ਸਿਰ ਤੇ ਚੁੱਕਿਆ ਤੇ ਦਾਲ ਦੀਆਂ ਬਾਲਟੀਆਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਆਪਣੇ ਹੱਥਾਂ ਵਿੱਚ ਲਈਆਂ। ਆਪ ਦੋਨੇ ਜਾਣੇ ਚੱਲ ਕੇ ਉੱਥੇ ਪਹੁੰਚੇ ਜਿੱਥੇ ਸੰਗਤ ਬੈਠੀ ਹੈ। ਸੰਗਤ ਨੂੰ ਨਹੀਂ ਪਤਾ ਜਿਸ ਗੁਰੂ ਦੇ ਦਰਸ਼ਨ ਕਰਨ ਆਇਆ ਇਹ ਉਹੀ ਗੁਰੂ ਹੈ ਜਿਹੜਾ ਸਾਡੀ ਸੇਵਾ ਕਰਨ ਵਾਸਤੇ ਆ ਗਿਆ। ਸਤਿਗੁਰਾਂ ਨੇ ਸਾਰੀ ਸੰਗਤ ਨੂੰ ਪ੍ਰਸ਼ਾਦਾ ਛਕਾਇਆ। ਪ੍ਰਸ਼ਾਦਾ ਛਕਿਆ ਹੈ। ਜਿਹੜੇ ਥਕੇ ਸਨ ਮਹਾਰਾਜ ਦੇ ਨਾਲ ਕੁਝ ਸੇਵਕ ਵੀ ਗਏ, ਸਾਰਿਆਂ ਦੇ ਚਰਨਾਂ ਨੂੰ ਉਸ ਵੇਲੇ ਮਲਿਆ, ਲੱਤਾਂ ਘੁੱਟੀਆਂ, ਮੁੱਠੀ ਚਾਪੀ ਕੀਤੀ ਹੈ। ਕਿਸੇ ਨੇ ਪੱਖੇ ਦੀ ਸੇਵਾ ਕੀਤੀ ਆ, ਕੋਈ ਪਾਣੀ ਪਿਲਾਉਂਦਾ ਪਿਆ, ਕੋਈ ਪ੍ਰਸ਼ਾਦਾ ਛਕਦਾ ਪਿਆ, ਛਕਾਉਂਦਾ ਪਿਆ। ਸਾਰੀ ਸੇਵਾ ਕਰਕੇ ਸੰਗਤ ਨੂੰ ਪ੍ਰਸੰਨ ਕਰਕੇ ਮਹਾਰਾਜ ਵਾਪਸ ਆਏ। ਅਗਲਾ ਦਿਨ ਚੜ੍ਹਿਆ, ਦੀਵਾਨ ਸਜਿਆ, ਮਹਾਰਾਜ ਦੀਵਾਨ ਵਿੱਚ ਬੈਠੇ। ਉਹੀ ਸੰਗਤਾਂ ਜਿਨ੍ਹਾਂ ਨੂੰ ਰਾਤ ਪ੍ਰਸ਼ਾਦਾ ਛਕਾ ਕੇ ਆਏ, ਜਦੋਂ ਸਵੇਰ ਵੇਲੇ ਦਰਸ਼ਨ ਕਰਨ ਵਾਸਤੇ ਆਏ, ਕੀ ਵੇਖਦੇ ਨੇ? ਜਿਸ ਗੁਰੂ ਦੇ ਦਰਸ਼ਨ ਕਰਦੇ ਪਏ ਹਾਂ ਇਹ ਉਹੀ ਗੁਰੂ ਹੈ ਜਿਹੜਾ ਰਾਤੀ ਸਾਨੂੰ ਭੁੱਖਿਆਂ ਨੂੰ ਪ੍ਰਸ਼ਾਦਾ ਛਕਾਉਂਦਾ ਪਿਆ ਸੀ। ਜਿਸ ਗੁਰੂ ਨੇ ਸਾਨੂੰ ਰਾਤ ਭੁੱਖਿਆਂ ਨੂੰ ਜਾ ਕੇ ਆਪ ਪ੍ਰਸ਼ਾਦਾ ਛਕਾਇਆ ਹੈ, ਜਿਸ ਗੁਰੂ ਨੇ ਸੇਵਕਾਂ ਦੇ ਨਾਲ ਆਪ ਸਾਡੇ ਚਰਨ ਘੁੱਟੇ ਨੇ, ਜਿਸ ਗੁਰੂ ਨੇ ਆਪ ਸੰਗਤ ਦੇ ਨਾਲ ਮਿਲ ਕੇ ਪੱਖਾ ਝੱਲਿਆ ਹੈ, ਜਿਸ ਗੁਰੂ ਨੇ ਸੰਗਤਾਂ ਨੂੰ ਨਾਲ ਲੈ ਕੇ ਆਪ ਜਲਦੀ ਸੇਵਾ ਕੀਤੀ ਹੈ, ਇਹ ਤੇ ਉਹ ਗੁਰੂ ਹੈ ਜਿਹੜੇ ਇਸ ਵੇਲੇ ਤਖਤ ਤੇ ਬਿਰਾਜਮਾਨ ਨੇ। ਰਾਤ ਇਹ ਸਾਡੀ ਸੇਵਾ ਕਰਦੇ ਪਏ ਸਨ। ਸੰਗਤ ਵੇਖ ਕੇ ਬੜੀ ਹੈਰਾਨ ਹੋਈ ਹੈ। ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਿਆ। ਮਹਾਰਾਜ ਸਾਨੂੰ ਨਹੀਂ ਸੀ ਪਤਾ ਵੀ ਆਪ ਜੀ ਹੀ ਮਾਲਕ ਹੋ, ਅਸੀਂ ਆਪ ਜੀ ਦੇ ਕੋਲੋਂ ਅਣਜਾਣੇ ਵਿੱਚ ਸੇਵਾ ਕਰਵਾ ਬੈਠੇ। ਮਹਾਰਾਜ ਕਹਿਣ ਲੱਗੇ ਨਹੀਂ ਭਾਈ, ਇਹ ਸੇਵਾ ਸੰਗਤ ਦੀ ਸਭ ਤੋਂ ਉੱਤਮ ਮਹਾਨ ਹੈ, ਵੱਡੇ ਭਾਗ ਨੇ ਜਿਹੜੀ ਉਹ ਸੇਵਾ ਸਾਨੂੰ ਪ੍ਰਾਪਤ ਹੋਈ ਹੈ। ਤੁਸੀਂ ਇਸ ਤਰ੍ਹਾਂ ਨਾ ਕਹੋ। ਇਹ ਬਚਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਬਖਸ਼ੇ। ਸਤਿਗੁਰੂ ਕਹਿਣ ਲੱਗੇ ਭਾਈ ਇਹ ਸਰੀਰ ਸਫਲਾ ਉਦੋਂ ਹੁੰਦਾ ਹੈ ਜਦੋਂ ਇਸ ਸਰੀਰ ਦੇ ਨਾਲ ਆਪਾਂ ਸੇਵਾ ਕਰਦੇ ਹਾਂ। ਕੌਣ ਕੌਣ ਸ਼ੁਭ ਕਰਮ ਗਿਨੀਜੈ, ਕਿਹੜੇ ਕਿਹੜੇ ਸ਼ੁਭ ਕਰਮ ਗਿਣਨਾ ਕਰੀਏ, ਉਹਨਾਂ ਕਰਮਾਂ ਦੀ ਗਿਣਤੀ ਨਹੀਂ ਹੋ ਸਕਦੀ ਹੈ। ਕਰਬੇ ਗੋ ਤਨ ਪਾਵਨ ਕੀਜੈ, ਜਿਨ੍ਹਾਂ ਕਰਮਾਂ ਨੂੰ ਕਰਨ ਕਰਕੇ ਇਹ ਸਰੀਰ ਪਵਿੱਤਰ ਹੁੰਦਾ ਹੈ, ਉਹ ਕਿੰਨੇ ਕੁ ਕਰਮ ਨੇ ਗਿਣੇ ਨਹੀਂ ਜਾ ਸਕਦੇ। ਪਰ ਉਹਨਾਂ ਕਰਮਾਂ ਦੇ ਨਾਲ ਸੇਵਾ ਕਰਕੇ ਆਪਣੇ ਆਪ ਨੂੰ ਸਫਲਾ ਕਰਨਾ ਹੈ। ਸੋ ਤੈਂ ਕਰੀ ਨ ਕਿਸ ਕੀ ਕੈਸੇ। ਮਹਾਰਾਜ ਕਹਿਣ ਲੱਗੇ ਸੇਵਾ ਤੇ ਬੜੀ ਮਹਾਨ ਹੈ, ਪਰ ਗੁਰੂ ਕਿਹਾ ਸਿੱਖਾ ਤੂੰ ਕਦੇ ਕਿਸੇ ਦੀ ਸੇਵਾ ਨਹੀਂ ਕੀਤੀ। ਪਾਣੀ ਦਾ ਕਟੋਰਾ ਉਹਨੇ ਫੜਾਇਆ ਨਾ, ਡੋਲਿਆ ਮਹਾਰਾਜ ਨੇ। ਸਤਿਗੁਰੂ ਕਹਿੰਦੇ ਤਾਂ ਡੋਲਿਆ, ਤੂੰ ਇਹਨਾਂ ਹੱਥਾਂ ਨਾਲ ਕਦੇ ਪਹਿਲਾਂ ਸੇਵਾ ਕੀਤੀ ਨਹੀਂ ਹੈ, ਤੇਰੇ ਹੱਥ ਸਫਲੇ ਨਹੀਂ ਹਨ। ਰਹਿਓ ਅਪਾਵਨ ਸਭ ਵਿਦਿਆਸੇ, ਇਸ ਕਰਕੇ ਤੇਰਾ ਸਰੀਰ ਅਪਾਵਨ ਰਹਿ ਗਿਆ, ਪਵਿੱਤਰ ਨਹੀਂ ਹੋਇਆ, अपवित्र रह गया, मलीन रह गया। तेरा शरीर सफला नहीं है क्योंकि इस शरीर दे नाल तू सेवा नहीं कीती है। जिम मुर्दे के अंग अपावन, कहन लगे जिस तरह मुर्दे दे अंग अपवित्र मन्ने ने, मुर्दे नू पवित्र नहीं मन्निया जाता है। जो मुर्दे का इशनान करवाया जाता है ना, तो जेडे इशनान कराउण वाले ने वो बाद च आप भी इशनान करते। मुर्दे नू इन्ना मलीन मन्निया जाता, अपवित्र मन्निया जाता है भी ਇਹਦਾ ਅਸੀਂ ਇਸ਼ਨਾਨ ਕਰਵਾਇਆ, ਅਸੀਂ ਵੀ ਅਪਵਿੱਤਰ ਹੋ ਗਏ ਹਾਂ, ਹੁਣ ਅਸੀਂ ਇਸ਼ਨਾਨ ਕਰਾਂਗੇ ਤਾਂ ਪਵਿੱਤਰ ਹੋਵਾਂਗੇ। ਮੁਰਦੇ ਦੇ ਸਰੀਰ ਨੂੰ ਅਪਵਿੱਤਰ ਮੰਨਿਆ ਹੈ। ਮਹਾਰਾਜ ਕਹਿਣ ਲੱਗੇ ਜਿਸ ਤਰ੍ਹਾਂ ਮੁਰਦੇ ਦੇ ਸਰੀਰ ਦੇ ਅੰਗ ਅਪਵਿੱਤਰ ਹੁੰਦੇ ਹਨ, ਸੁਚਤ ਸਭ ਨਹਿ ਕਰਹਿ ਸ਼ੁਭਾਵਨ, ਤੇ ਸਾਰੇ ਹੀ ਸੰਕੋਚ ਕਰਦੇ, ਕੋਈ ਮੁਰਦੇ ਨੂੰ ਹੱਥ ਨਹੀਂ ਲਾਉਣਾ ਚਾਹੁੰਦਾ। ਆਪਾਂ ਵੇਖਦੇ ਆ ਨਾ, ਜਦੋਂ ਘਰ ਦੇ ਵਿੱਚ ਕੋਈ ਪੁਰਾਣੀ ਕੋਈ ਚੜ੍ਹਾਈ ਕਰ ਜਾਵੇ, ਜਿਹੜੇ ਉਸਦੇ ਖਾਸ ਸਕੇ ਸੰਬੰਧੀ ਹੁੰਦੇ ਉਹੀ ਗਾਂਹ ਹੋ ਕੇ ਸੇਵਾ ਕਰਦੇ, ਜਾਂ ਪੁੱਤਰ ਜਾਂ ਭਰਾ ਜਾਂ ਧੀਆਂ ਜਾਂ ਭੈਣਾਂ, ਤੇ ਬਾਕੀ ਪਿੱਛੇ ਖੜ ਕੇ ਵੇਖਦੇ, ਦੱਸੀ ਜਾਣਗੇ ਵੀ ਇਸ ਤਰ੍ਹਾਂ ਕਰੋ, ਕੱਪੜੇ ਇਸ ਤਰ੍ਹਾਂ ਪਾਓ, ਇਸ਼ਨਾਨ ਇਸ ਤਰ੍ਹਾਂ ਕਰਾਓ, ਪਰ ਡਰਦਾ ਹੱਥ ਕੋਈ ਨਹੀਂ ਲਾਉਂਦਾ ਹੈ। ਜੇ ਮਾਂ ਪੂਰੀ ਹੋਈ ਹੈ ਤੇ ਧੀਆਂ ਇਸ਼ਨਾਨ ਜਾਂ ਭੈਣਾਂ ਇਸ਼ਨਾਨ ਕਰਵਾ ਦਿੰਦੀਆਂ,
ਬਾਪ ਪੂਰਾ ਹੋਇਆ ਪੁੱਤਰ ਜਾਂ ਭਰਾ ਇਸ਼ਨਾਨ ਕਰਵਾ ਦਿੰਦੇ, ਆਪਣੇ ਹੀ ਉਦੋਂ ਵੀ ਨਵਾਉਂਦੇ ਨੇ, ਦੂਜਾ ਨੇੜੇ ਨਹੀਂ ਆਉਂਦਾ ਹੈ। ਇੰਨਾ ਡਰ ਹੁੰਦਾ ਹੈ ਵੀ ਇਹ ਪਵਿੱਤਰ ਹੈ, ਮੈਂ ਹੱਥ ਲਾਵਾਂਗਾ ਪਵਿੱਤਰ ਹੋ ਜਾਵਾਂਗਾ। ਸਤਿਗੁਰੂ ਕਹਿਣ ਲੱਗੇ ਮੁਰਦੇ ਕੋਲੋਂ ਸਾਰੇ ਹੀ ਸੰਕੋਚ ਕਰਦੇ ਹਨ। ਬਿਨਾ ਸੇਵ ਸਤ ਸੰਗਤ ਕੇਰੀ, ਜਿਹਨੇ ਸੇਵਾ ਨਹੀਂ ਕਦੇ ਕੀਤੀ ਹੈ, ਜਿਹਨੇ ਕਦੇ ਸਤ ਸੰਗਤ ਨਹੀਂ ਕੀਤੀ ਹੈ, ਦੇਹ ਅਪਾਵਨ ਤਿਮ ਨਰ ਕੇਰੀ। ਇਸ ਕਰਕੇ ਉਹਨਾਂ ਮਨੁੱਖਾਂ ਦੀ ਜਿਹੜੀ ਦੇਹ ਹੈ ਉਹ ਅਪਵਿੱਤਰ ਹੈ, ਮਲੀਨ ਹੈ। ਜਿਹੜਾ ਬੰਦਾ ਕਦੇ ਸੰਗਤ ਵਿੱਚ ਨਹੀਂ ਨਾ ਚੱਲ ਕੇ ਆਇਆ। ਸਾਡੇ ਕੋਲ ਜ਼ਿੰਦਗੀ ਵਿੱਚ ਬਾਕੀ ਕੰਮ ਕਰਨ ਵਾਸਤੇ ਟਾਈਮ ਹੀ ਟਾਈਮ ਹੈ, ਪਰ ਸੰਗਤ ਵਾਸਤੇ ਸਾਡੇ ਕੋਲ ਟਾਈਮ ਨਹੀਂ ਹੈ। ਅਸੀਂ ਗਲੀ ਬਾਜ਼ਾਰ ਵਿੱਚ ਖਲੋਤੇ ਘੰਟਾ ਘੰਟਾ ਗੱਪਾਂ ਮਾਰ ਲਵਾਂਗੇ, ਉਦੋਂ ਟਾਈਮ ਹੈ, ਪਰ ਸੰਗਤ ਵਿੱਚ ਜਾ ਕੇ ਬੈਠਣ ਦਾ ਉਦੋਂ ਟਾਈਮ ਸਾਡੇ ਕੋਲ ਨਹੀਂ ਹੈ। ਕਈ ਤਰ੍ਹਾਂ ਦੇ ਅਸੀਂ ਪਕਵਾਨ ਛਕ ਲਵਾਂਗੇ, ਉਦੋਂ ਟਾਈਮ ਹੈ, ਪਰ ਸੇਵਾ ਕਰਨ ਦਾ ਸਾਡੇ ਕੋਲ ਟਾਈਮ ਨਹੀਂ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿੰਨਾ ਚਿਰ ਹੱਥੀਂ ਸੇਵਾ ਨਹੀਂ ਕਰਦਾ, ਜਿੰਨਾ ਚਿਰ ਸੰਗਤ ਵਿੱਚ ਚੱਲ ਕੇ ਨਹੀਂ ਜਾਂਦਾ, ਉਹਨਾਂ ਚਿਰ ਤੇਰਾ ਸਰੀਰ ਅਪਵਿੱਤਰ ਹੈ, ਸਫਲਾ ਨਹੀਂ ਹੈ। ਜਾਂ ਤੇ ਹੱਥ ਅਪਾਵਨ ਤੇਰਾ, ਇਸ ਕਰਕੇ ਤੇਰਾ ਹੱਥ ਅਪਵਿੱਤਰ ਹੈ, ਤਾਂ ਤੈਨੂੰ ਸਾਡਾ ਇਹ ਪਾਣੀ ਲਿਆਂਦਾ ਚੰਗਾ ਨਹੀਂ ਲੱਗਾ। ਤੇਰਾ ਪਾਣੀ ਲਿਆਂਦਾ ਸਾਨੂੰ ਚੰਗਾ ਤਾਂ ਨਹੀਂ ਲੱਗਾ ਕਿਉਂਕਿ ਤੇਰਾ ਸਰੀਰ ਅਪਵਿੱਤਰ ਹੈ, ਤੂੰ ਇਸ ਸਰੀਰ ਨਾਲ ਕਦੇ ਸੇਵਾ ਨਹੀਂ ਕੀਤੀ ਹੈ, ਇਸ ਕਰਕੇ ਅਸੀਂ ਤੇਰਾ ਪਾਣੀ ਡੋਲ ਦਿੱਤਾ ਹੈ। ਕਰਿਓ ਨਾ ਪਾਨ ਹਮਹੁ ਜਲ ਗੇਰਾ। ਤੇ ਸਤਿਗੁਰੂ ਕਹਿੰਦੇ ਪਿਆਸ ਤੇ ਸਾਨੂੰ ਹੁਣ ਵੀ ਲੱਗੀ ਹੈ, ਪਰ ਅਸੀਂ ਤੇਰਾ ਲਿਆਂਦਾ ਪਾਣੀ ਨਹੀਂ ਪੀਤਾ। ਉਹ ਨਾ ਪੀਣ ਦਾ ਕਾਰਨ ਇਹ ਹੈ, ਅਸੀਂ ਕੋਈ ਤੇਰੀ ਜਾਤੀ ਦਾ ਵਿਰੋਧ ਨਹੀਂ ਕੀਤਾ ਵੀ ਤੂੰ ਕਿਹੜੀ ਜਾਤ ਦਾ ਕਿਹੜੇ ਮਜ਼ਹਬ ਦਾ, ਪਰ ਤੂੰ ਹੱਥੀਂ ਸੇਵਾ ਨਹੀਂ ਕੀਤੀ, ਇਸ ਕਰਕੇ ਤੇਰੇ ਉਸ ਪਾਣੀ ਨੂੰ ਅਸੀਂ ਅੰਗੀਕਾਰ ਨਹੀਂ ਕਰਦੇ ਹਾਂ। ਸਿੱਖ ਸਮਝਿਓ ਸੁਨ ਗੁਰ ਉਪਦੇਸ਼ੂ। ਜਦੋਂ ਮਹਾਰਾਜ ਜੀਆਂ ਨੇ ਬਚਨ ਕੀਤੇ ਤੇ ਲੜਕਾ ਜਿਹੜਾ ਸੀ ਨਾ ਉਸ ਵੇਲੇ ਸਮਝਿਆ ਹੈ। ਬਖਸ਼ਾ ਹੋ ਬਨ ਦੀਨ ਵਿਸ਼ੇਸ਼ੂ। ਮਹਾਰਾਜ ਮੈਨੂੰ ਬਖਸ਼ ਲਓ, ਮੈਂ ਆਪ ਜੀ ਦੇ ਦਰ ਦਾ ਸੇਵਕ ਹਾਂ, ਕਿਰਪਾ ਕਰਕੇ ਮੈਨੂੰ ਬਖਸ਼ ਲੈਣਾ ਕਰੋ। ਸਿੱਖ ਸੰਤਨ ਦਿਜ ਅਤਥਨ ਕੇਰੀ। ਅਤੇ ਉਸ ਵੇਲੇ ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਭਾਈ ਜਿਹੜੇ ਸਿੱਖ ਨੇ ਤੇ ਜਿਹੜੇ ਸੰਤ ਨੇ, ਜਿਹੜੇ ਅਤਿਥੀ ਨੇ, ਉਹਨਾਂ ਦੀ ਸੇਵਾ ਕਰਨੀ ਹੈ। ਮਹਾਰਾਜ ਨੇ ਆਖਿਆ ਸਿੱਖਾਂ ਦੀ ਸੇਵਾ ਕਰ ਇਹਨਾਂ ਹੱਥਾਂ ਦੇ ਨਾਲ, ਸੰਗਤ ਦੀ ਸੇਵਾ ਕਰ ਇਹਨਾਂ ਹੱਥਾਂ ਦੇ ਨਾਲ, ਸੰਤਾਂ ਦੀ ਸਾਧੂਆਂ ਦੀ ਸੰਗਤ ਕਰ ਇਹਨਾਂ ਹੱਥਾਂ ਦੇ ਨਾਲ। ਜੇ ਕੋਈ ਅਤਿਥੀ ਆ ਜਾਵੇ, ਰਾਹੀ ਆ ਜਾਵੇ, ਕੋਈ ਮੁਸਾਫਰ ਆ ਜਾਵੇ ਰਸਤੇ ਤੇ ਜਾਂਦਾ ਹੋਇਆ, ਉਹਦੀ ਸੇਵਾ ਕਰ ਆਪਣੇ ਹੱਥਾਂ ਦੇ ਨਾਲ। ਕਰਮੇ ਲਾਗਿਓ ਸੇਵਕ ਨੇਰੀ। ਮਹਾਰਾਜ ਜੀ ਦਾ ਬਚਨ ਮੰਨ ਕੇ ਕਹਿਣ ਲੱਗਾ ਸਤਿਗੁਰੂ ਧਨ ਪਦਾਰਥ ਤੇ ਆਪ ਜੀ ਨੇ ਬਹੁਤ ਦਿੱਤਾ ਮੇਰੇ ਘਰ ਵਿੱਚ, ਮੈਨੂੰ ਭਾਵੇਂ ਧਨ ਦੀ ਕਮਾਈ ਕਰਨ ਦੀ ਲੋੜ ਨਹੀਂ ਹੈ, ਪਰ ਹੁਣ ਮੈਂ ਸੇਵਾ ਜ਼ਰੂਰ ਕਰਾਂਗਾ। ਮਹਾਰਾਜ ਦਾ ਬਚਨ ਮੰਨ ਕੇ ਲੜਕਾ ਜਿਹੜਾ ਹੈ ਸਾਧੂਆਂ ਦੀ, ਗੁਰੂ ਕੀ ਸੰਗਤ ਦੀ, ਗੁਰੂ ਕੇ ਸਿੱਖਾਂ ਦੀ ਉਸ ਵੇਲੇ ਸੇਵਾ ਕਰਨ ਲੱਗਿਆ ਹੈ। ਤਨ ਮਨ ਧਨ ਤੇ ਸੇਵ ਕਰਨ ਤਾ। ਇਸ ਨੇ ਤਨ ਦੇ ਨਾਲ ਵੀ ਸੇਵਾ ਕੀਤੀ, ਸਰੀਰ ਦੇ ਨਾਲ, ਮਨ ਵੀ ਸੇਵਾ ਦੇ ਵਿੱਚ ਲਾਇਆ, ਔਰ ਧਨ ਵੀ। ਕਹਿੰਦਾ ਸੀ ਨਾ ਮੇਰੇ ਕੋਲ ਬੜੀ ਮਾਇਆ ਮਹਾਰਾਜ, ਇਹਨੇ ਆਪਣੀ ਮਾਇਆ ਵੀ ਸੰਗਤ ਵਿੱਚ ਲਾ ਕੇ ਸਫਲੀ ਕੀਤੀ ਹੈ। ਉਹੇ ਭਲਾ ਮੇਰੋ ਚਿਤਵੰਤਾ। ਮਨ ਵਿੱਚ ਇਹ ਸੋਚਦਾ ਹੈ ਜੇ ਮੈਂ ਗੁਰੂ ਪਾਤਸ਼ਾਹ ਦੇ ਬਚਨ ਕਮਾਵਾਂਗਾ ਤੇ ਮੇਰਾ ਸਮਾਂ ਸਫਲਾ ਹੋ ਜਾਏਗਾ, ਜੇ ਮੈਂ ਗੁਰੂ ਪਾਤਸ਼ਾਹ ਦੇ ਬਚਨ ਕਮਾਵਾਂਗਾ ਮੇਰਾ ਇਹ ਤਨ ਸਫਲਾ ਹੋ ਜਾਵੇਗਾ। ਇਸ ਤਰ੍ਹਾਂ ਆਪਣੇ ਮਨ ਦੇ ਵਿੱਚ ਸੋਚਦਾ ਹੈ। ਸਿੱਖ ਸੰਗਤ ਪਿਖ ਕਰ ਬਹੁ ਸੇਵਾ। ਅਤੇ ਇਸ ਤਰ੍ਹਾਂ ਸਿੱਖ ਸੰਗਤ ਦੀ ਬੜੀ ਸੇਵਾ ਕਰਕੇ ਕਰਹਿ ਪ੍ਰਸ਼ੰਸਨ ਢਿੱਗ ਗੁਰਦੇਵਾ। ਇਸ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੈਬ ਸਾਹਿਬ ਜੀਆਂ ਨੂੰ ਖੁਸ਼ ਕਰ ਲਿਆ। ਸੇਵਾ ਕਰਕੇ ਨਾ ਮਹਾਰਾਜ ਦਾ ਬਚਨ ਮੰਨ ਕੇ ਫਿਰ ਸੰਗਤਾਂ ਦੱਸਣ ਲੱਗ ਪਈਆਂ, ਮਹਾਰਾਜ ਉਹ ਫਲਾਣਾ ਨੌਜਵਾਨ ਲੜਕਾ ਜਿਹਨੂੰ ਤੁਸੀਂ ਸੇਵਾ ਵਾਸਤੇ ਆਖਿਆ ਸੀ, ਉਹ ਦਿਨੇ ਰਾਤ ਹੀ ਲੰਗਰ ਦੀ ਸੇਵਾ ਕਰਦਾ ਹੈ। ਇਹ ਬਚਨ ਸੁਣ ਕੇ ਫਿਰ ਮਹਾਰਾਜ ਬੜੇ ਖੁਸ਼ ਹੁੰਦੇ ਕਿ ਉਸਨੇ ਬਚਨ ਕਮਾਇਆ ਹੈ। ਨਿਤ ਪ੍ਰਤ ਸੇਵਾ ਮੈਂ ਸਿੱਖ ਰਾਤਾ। ਇਹ ਜਿਹੜਾ ਸਿੱਖ ਹੈ ਦਿਨੇ ਰਾਤ ਸੇਵਾ ਵਿੱਚ ਲੱਗਾ ਰਹਿੰਦਾ ਹੈ, ਦਿਨੇ ਵੀ ਸੇਵਾ ਕਰਦਾ, ਰਾਤ ਵੀ ਸੇਵਾ ਵਿੱਚ ਲੱਗਾ ਰਹਿੰਦਾ ਹੈ। ਆਪਣੋ ਭਲਾ ਕਰਨ ਤਿੰਨ ਜਾਤਾ। ਆਪਣਾ ਭਲਾ ਕਰਨਾ ਇਹਨੇ ਜਾਣ ਲਿਆ ਵੀ ਮਹਾਰਾਜ ਦੇ ਬਚਨ ਨੇ ਵੀ ਜੇ ਸੇਵਾ ਕਰਾਂਗਾ ਤੇ ਤਾਂ ਮੇਰਾ ਭਲਾ ਹੋਣਾ ਹੈ। ਸੁਨ ਕਲਗੀ ਧਰ ਭਏ ਪ੍ਰਸੰਨ। ਜਦੋਂ ਸੰਗਤਾਂ ਨੇ ਮਹਾਰਾਜ ਨੂੰ ਦੱਸਿਆ ਸਤਿਗੁਰੂ ਉਹ ਲੜਕਾ ਜਿਹਨੇ ਜਲ ਲਿਆਂਦਾ ਸੀ, ਆਪ ਜੀ ਨੇ ਜਲ ਛਕਿਆ ਨਹੀਂ, ਹੁਣ ਉਹ ਦਿਨੇ ਰਾਤ ਲੰਗਰ ਦੀ ਸੇਵਾ ਕਰਦਾ ਹੈ।
ਮਹਾਰਾਜ ਇਹ ਬਚਨ ਸੁਣ ਕੇ ਸੰਗਤ ਕੋਲੋਂ ਫਿਰ ਬੜੇ ਖੁਸ਼ ਹੁੰਦੇ ਹਨ। ਖੁਸ਼ੀ ਕਰੀ ਪਾ ਤਤ ਛਿਨ ਧਨ। ਤੇ ਸਤਿਗੁਰੂ ਪਾਤਸ਼ਾਹ ਜੀਆਂ ਨੇ ਫਿਰ ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁਖ। ਜਿਦਾਰਿਓ ਮਹਾਰਾਜ ਜੀਆਂ ਨੇ ਮਿਹਰ ਦੀ ਨਜ਼ਰ ਦੇ ਨਾਲ ਤੱਕ ਕੇ ਤੇ ਸਿੱਖ ਦੇ ਉੱਪਰ ਬੇਅੰਤ ਖੁਸ਼ੀਆਂ ਬਖਸ਼ਿਸ਼ ਕੀਤੀਆਂ ਹਨ। ਇਤਨੀ ਕਥਾ ਉਚਾਰ ਸੁਨਾਈ। ਇਹ ਕਥਾ ਆਪ ਜੀਆਂ ਨੂੰ ਸੰਗਤ ਜੀ ਸਰਵਨ ਕਰਵਾਈ ਹੈ। ਪ੍ਰੇਮ ਸਮਾਦ ਹਿਰਦੈ ਹੋਇਆ। ਤੇ ਪ੍ਰੇਮਾ ਸਮਾਧੀ ਉਸ ਵੇਲੇ ਲੱਗ ਗਈ। ਗੁਰਮੁਖੋ ਬਚਨ ਇਹ ਹੈ, ਇਹ ਜੋ ਆਪਾਂ ਕਥਾ ਸਰਵਨ ਕਰਦੇ ਪਏ ਹਾਂ, ਭਾਈ ਸੰਤੋਖ ਸਿੰਘ ਜੀ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਕੁਲ ਦੇ ਵਿੱਚੋਂ ਸਨ ਭਾਈ ਰਾਮ ਕੋਇਰ ਜੀ। ਬਾਬਾ ਬੁੱਢਾ ਸਾਹਿਬ ਜੀ ਤੀਜੀ ਚੌਥੀ ਪੀੜ੍ਹੀ ਵਿੱਚੋਂ ਆਪਾਂ ਕਹਿ ਸਕਦੇ ਹਾਂ। ਇਹ ਭਾਈ ਰਾਮ ਕੋਇਰ ਜੀ ਹਨ ਜਿਹੜੇ ਕਥਾ ਸੁਣਾਉਂਦੇ। ਜਿਵੇਂ ਆਪ ਸੰਗਤਾਂ ਦਰਬਾਰ ਵਿੱਚ ਬੈਠੇ ਹੋ ਨਾ, ਇਸੇ ਤਰ੍ਹਾਂ ਸੰਗਤਾਂ ਨੇ ਇਕੱਠੇ ਹੋ ਕੇ ਬਾਬਾ ਰਾਮ ਕੋਇਰ ਜੀ ਨੂੰ ਆਖਿਆ ਸੀ, ਕਹਿਣ ਲੱਗੇ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਰਹੇ ਹੋ, ਸਾਨੂੰ ਉਹਨਾਂ ਦੀ ਜੀਵਨੀ ਸੁਣਾਓ ਵੀ ਮਹਾਰਾਜ ਕੀ ਕੀ ਕਰਦੇ ਸਨ। ਇਹ ਭਾਈ ਰਾਮ ਕੋਇਰ ਦੀ ਅੱਖੀਂ ਡਿੱਠਾ ਹਾਲ ਸੁਣਾਉਂਦੇ ਪਏ। ਜਿਵੇਂ ਜਿਵੇਂ ਉਹਨਾਂ ਨੇ ਵੇਖਿਆ ਨਾ ਵੀ ਅੱਜ ਮਹਾਰਾਜ ਨੇ ਆਹ ਕੀਤਾ, ਅੱਜ ਮਹਾਰਾਜ ਨੇ ਆਹ ਕੀਤਾ, ਉਹ ਸਾਰੀਆਂ ਸਾਖੀਆਂ ਫਿਰ ਸੰਗਤ ਨੂੰ ਸੁਣਾਉਂਦੇ ਪਏ ਕਿ ਸੰਗਤ ਜੀ ਮਹਾਰਾਜ ਇਸ ਤਰ੍ਹਾਂ ਕਰਦੇ ਸਨ। ਫਿਰ ਕੁਝ ਵਿਦਵਾਨਾਂ ਨੇ ਉਹ ਸਾਖੀਆਂ, ਉਹ ਬਚਨ ਮਹਾਰਾਜ ਜੀਆਂ ਦੇ ਲਿਖ ਲਏ, ਜਿਹੜੇ ਹੌਲੀ ਹੌਲੀ ਸਾਨੂੰ ਅੱਗੇ ਕਥਾ ਦੇ ਰੂਪ ਦੇ ਵਿੱਚ ਪ੍ਰਾਪਤ ਹੋਏ। ਇੱਥੇ ਦੱਸਦੇ ਪਏ, ਕਹਿਣ ਲੱਗੇ ਜਦੋਂ ਇਹ ਕਥਾ ਸੁਣਾਈ ਨਾ ਭਾਈ ਰਾਮ ਕੋਇਰ ਜੀਆਂ ਨੇ ਵੀ ਉਹ ਲੜਕਾ ਸੇਵਾ ਕਰਕੇ ਮਹਾਰਾਜ ਦੀ ਖੁਸ਼ੀ ਲੈ ਕੇ ਤੇ ਸਫਲਾ ਹੋ ਗਿਆ, ਇਹਨਾਂ ਬਚਨ ਕਹਿ ਕੇ ਭਾਈ ਰਾਮ ਕੋਇਰ ਜੀਆਂ ਦੀ ਸਮਾਧੀ ਲੱਗ ਗਈ, ਨੇਤਰ ਬੰਦ ਹੋ ਗਏ, ਸਮਾਧੀ ਦੇ ਵਿੱਚ ਲੀਨ ਹੋ ਗਏ। ਸੰਗਤ ਉੱਠ ਕੇ ਨਮਸਕਾਰ ਕਰਕੇ ਆਪੋ ਆਪਣੇ ਘਰ ਨੂੰ ਚੱਲ ਪਈ ਵੀ ਇਹ ਹੁਣ ਸਮਾਧੀ ਵਿੱਚ ਬੈਠ ਗਏ ਨੇ, ਹੁਣ ਕੀ ਪਤਾ ਕਦੋਂ ਸਮਾਧੀ ਖੁੱਲ੍ਹੇਗੀ, ਫਿਰ ਆਪਾਂ ਅੱਗੇ ਕਥਾ ਸਰਵਣ ਕਰਾਂਗੇ। ਭਾਈ ਰਾਮ ਕੋਇਰ ਜੀ ਇਸ ਤਰ੍ਹਾਂ ਸਮਾਧੀ ਵਿੱਚ ਲੀਨ ਹੋਏ ਹਨ। ਰਾਮ ਕੋਇਰ ਮੁਦਰਤ ਕਰਨੈਨ। ਭਾਈ ਰਾਮ ਕੋਇਰ ਜੀਆਂ ਨੇ ਆਪਣੇ ਦੋਨੇ ਨੇਤਰ ਬੰਦ ਕਰ ਲਏ ਹਨ। ਬੈਠਿਓ ਅਚਲ ਕਹਿ ਕੋ ਬੈਨ। ਤੇ ਅਚਾਲੀ ਬੈਠ ਗਏ, ਬਚਨ ਕੋਈ ਨਹੀਂ ਕਰਦੇ। ਬੜੀ ਬਖਸ਼ਿਸ਼ ਵਾਲੀ ਭਾਈ ਰਾਮ ਕੋਇਰ ਜੀ ਸਨ। ਇਤਿਹਾਸ ਵਿੱਚ ਬਚਨ ਆਉਂਦਾ ਹੈ, ਇੱਕ ਵਾਰੀ ਲਾਹੌਰ ਦਾ ਸੂਬੇਦਾਰ ਭਾਈ ਰਾਮ ਕੋਇਰ ਜੀ ਨੂੰ ਲਾਹੌਰ ਲੈ ਗਿਆ ਬੇਨਤੀ ਕਰਕੇ ਕਿ ਆਓ ਮੇਰੇ ਮਹਿਲਾਂ ਵਿੱਚ ਚਰਨ ਪਾਓ। ਭਾਈ ਰਾਮ ਕੋਇਰ ਜੀ ਚਲੇ ਗਏ, ਪ੍ਰਸ਼ਾਦਾ ਪਾਣੀ ਛਕਾਇਆ ਇਸ ਨਵਾਬ ਨੇ, ਸੂਬੇਦਾਰ ਨੇ, ਪਰ ਅੰਦਰੋਂ ਸ਼ੈਤਾਨ ਵੀ ਹੈ ਵੀ ਮੈਂ ਵੇਖਾਂ ਤੇ ਸਹੀ ਵੀ ਇਹ ਵਾਕਈ ਇਹਨਾਂ ਵਿੱਚ ਕੋਈ ਕਰਾਮਾਤ ਵੀ ਹੈ ਕਿ ਨਹੀਂ ਹੈ। ਜਾਣ ਬੁੱਝ ਕੇ ਆਪਣੇ ਸਿਪਾਹੀਆਂ ਨੂੰ ਕਹਿਣ ਲੱਗਾ, ਮੇਰਾ ਜਿਹੜਾ ਘੋੜਿਆਂ ਦਾ ਤਬੇਲਾ ਹੈ ਉਹਦੇ ਵਿੱਚ ਇੱਕ ਬੜੀ ਅੜੀਅਲ ਘੋੜੀ ਹੈ ਜਿਹੜੀ ਕਿਸੇ ਨੂੰ ਪਿੱਠ ਤੇ ਹੱਥ ਵੀ ਨਹੀਂ ਰੱਖਣ ਦਿੰਦੀ, ਚੜ੍ਹਨਾ ਤੇ ਦੂਰ ਦੀ ਗੱਲ ਹੈ, ਤੇ ਜੇ ਕੋਈ ਬੰਦਾ ਚੜ੍ਹ ਜਾਵੇ ਨਾ ਉਹਦੇ ਉੱਪਰ ਤੇ ਉਸੇ ਵੇਲੇ ਥੱਲੇ ਸੁੱਟ ਦਿੰਦੀ ਹੈ। ਨੌਕਰ ਨੂੰ ਇਸ਼ਾਰਾ ਕੀਤਾ ਵੀ ਉਹ ਘੋੜੀ ਲੈ ਕੇ ਆ, ਆਪਾਂ ਬਾਬਾ ਜੀ ਨੂੰ ਦਾਨ ਕਰੀਏ, ਨਾਲੇ ਵੇਖੀਏ ਵੀ ਇਹ ਭਲਾ ਉਸ ਘੋੜੀ ਤੇ ਚੜ੍ਹ ਸਕਦੇ ਕਿ ਨਹੀਂ। ਮਨ ਵਿੱਚ ਇਹ ਆ ਵੀ ਘੋੜੀ ਥੱਲੇ ਸੁੱਟ ਦੇਵੇਗੀ ਇਹਨਾਂ ਨੂੰ। ਨੌਕਰ ਉਸੇ ਵੇਲੇ ਉਹ ਘੋੜੀ ਲੈ ਕੇ ਆਇਆ। ਬਾਬਾ ਰਾਮ ਕੋਇਰ ਜੀ ਸਮਝ ਗਿਆ ਵੀ ਇਹ ਸੂਬੇਦਾਰ ਬੜਾ ਸ਼ੈਤਾਨ ਚਲਾਕ ਹੈ, ਸਾਡੀ ਪਰਖ ਕਰਨੀ ਚਾਹੁੰਦਾ, ਜਾਣ ਬੁੱਝ ਕੇ ਅੜੀਅਲ ਘੋੜੀ ਲਿਆਂਦੀ ਹੈ। ਜਦੋਂ ਘੋੜੀ ਕੋਲ ਆ ਗਈ, ਭਾਈ ਰਾਮ ਕੋਇਰ ਜੀ ਉਹ ਸੇਵਾਦਾਰ ਨੌਕਰ ਨੂੰ ਕਹਿਣ ਲੱਗੇ, ਇਹ ਘੋੜੀ ਦੀਆਂ ਜਿਹੜੀਆਂ ਲਗਾਮਾਂ ਨੇ ਨਾ ਇਹਦੇ ਗਲ ਦੇ ਵਿੱਚ ਹੀ ਬੰਨ੍ਹਦੇ, ਅਸੀਂ ਹੱਥ ਵਿੱਚ ਵੀ ਨਹੀਂ ਫੜਨੀਆਂ, ਗਲ ਦੇ ਵਿੱਚ ਹੀ ਬੰਨ੍ਹ ਦਿੱਤੀਆਂ, ਨਾਲ ਨਿੱਕੀ ਜੀ ਗੱਠ ਪਾ ਕੇ। ਭਾਈ ਰਾਮ ਕੋਇਰ ਜੀ ਘੋੜੀ ਦੇ ਇੱਕੇ ਪਾਸੇ ਪੈਰ ਕਰਕੇ ਬੈਠ ਗਏ, ਦੋਨੇ ਪਾਸੇ ਵੀ ਨਹੀਂ ਲੱਤਾਂ ਕੀਤੀਆਂ, ਇੱਕੇ ਪਾਸੇ ਹੀ ਪੈਰ ਕਰ ਲਿਆ, ਇੱਕੇ ਪਾਸੇ ਨੂੰ ਮੂੰਹ ਕਰ ਲਿਆ, ਜਿਵੇਂ ਆਪਾਂ ਮੋਟਰਸਾਈਕਲ 'ਤੇ ਬੀਬੀਆਂ ਬੈਠਦੀਆਂ, ਇੱਕੇ ਪਾਸੇ ਨੂੰ ਮੂੰਹ ਕਰਕੇ ਘੋੜੀ ਨੂੰ ਕਹਿੰਦੇ ਚੱਲ ਸਾਨੂੰ ਸਾਡੇ ਟਿਕਾਣੇ 'ਤੇ ਲੈ ਚੱਲ। ਘੋੜੀ ਇਸ ਤਰ੍ਹਾਂ ਆਰਾਮ ਦੇ ਨਾਲ ਜਾਂਦੀ ਹੈ ਜਿਵੇਂ ਮੰਨ ਲਓ ਪਾਣੀ ਦੀ ਬਾਲਟੀ ਉੱਪਰ ਰੱਖੀ ਹੋਵੇ ਤੇ ਉਸ ਪਾਣੀ ਨੂੰ ਛੱਲ ਨਾ ਵੱਜੇ, ਕਿਤੇ ਪਾਣੀ ਬਾਲਟੀ 'ਚੋਂ ਬਾਹਰ ਨਾ ਡਿੱਗੇ, ਐਸੇ ਆਰਾਮ ਦੇ ਨਾਲ ਤੁਰਦੀ ਹੈ ਵੀ ਬਾਬਾ ਜੀ ਮੇਰੇ ਉੱਪਰ ਬੈਠੇ ਨੇ, ਇਹਨਾਂ ਨੂੰ ਕਿਸੇ ਤਰ੍ਹਾਂ ਦਾ ਝਟਕਾ ਨਾ ਲੱਗੇ। ਉਸ ਨਵਾਬ ਨੇ ਇੱਕ ਨੌਕਰ ਮਗਰ ਭੇਜਿਆ ਘੋੜਾ ਦੇ ਕੇ, ਕਹਿਣ ਲੱਗਾ ਜਾ ਮਗਰ ਜਾ ਕੇ ਵੇਖ, ਹੋ ਸਕਦਾ ਇੱਥੇ ਘੋੜੀ ਹੌਲੀ ਹੌਲੀ ਚੱਲਦੀ ਹੋਵੇ, ਅੱਗੇ ਜਾ ਕੇ ਭੱਜ ਪਵੇ, ਇਹਨਾਂ ਨੂੰ ਥੱਲੇ ਹੀ ਸੁੱਟ ਦੇਵੇ। ਤੇ ਨਵਾਬ ਦਾ ਭੇਜਿਆ ਨੌਕਰ ਮਗਰ ਮਗਰ ਘੋੜੀ ਦੇ ਪਿੱਛਾ ਕਰਦਾ ਰਮਦਾਸਪੁਰੇ ਤੱਕ ਆ ਗਿਆ, ਪਰ ਘੋੜੀ ਉਸ ਤਰ੍ਹਾਂ ਹੀ ਚੱਲੇ ਜਿਵੇਂ ਮੰਨ ਲਓ ਬੜੀ ਪੜ੍ਹਾਈ ਹੋਵੇ। ਮਹਾਰਾਜ ਕਹਿਣ ਲੱਗੇ, ਹਰ ਕੇ ਸੇਵਕ ਜੋ ਹਰ ਭਾਏ ਤਿਨ ਕੀ ਕਥਾ ਨਿਰਾਰੀ ਰੇ। ਰੱਬ ਦੇ ਜਿਹੜੇ ਭਗਤ ਰੱਬ ਨੂੰ ਭਾ ਜਾਂਦੇ ਨੇ ਉਹਨਾਂ ਦੀਆਂ ਕਹਾਣੀਆਂ ਦੁਨੀਆ ਨਾਲੋਂ ਵੱਖਰੀਆਂ ਹੁੰਦੀਆਂ। ਦੁਨੀਆ ਦੀ ਕਹਾਣੀ ਉਹਨਾਂ ਦੇ ਮੁਕਾਬਲੇ ਪੁੱਜਦੀ ਨਹੀਂ ਹੈ, ਦੁਨੀਆ ਨਾਲੋਂ ਵੱਖਰੇ ਹੋ ਜਾਂਦੇ।
ਐਸੇ ਨੇ ਭਾਈ ਰਾਮ ਕੋਇਰ ਜੀ ਜਿਹੜੇ ਇਤਿਹਾਸ ਸਰਵਣ ਕਰਵਾ ਰਹੇ ਹਨ। ਸਭ ਸ਼ਰੋਤਾ ਮਨ ਆਨੰਦ ਭਾਏ, ਸਾਰੇ ਸਰੋਤੇ ਮਨ ਵਿੱਚ ਬੜੇ ਆਨੰਦਿਤ ਹਨ। ਆਪਣੇ ਆਪਣੇ ਥਾਨ ਸਿਧਾਏ, ਫਿਰ ਬੜਿਓ ਆਪਣੇ ਆਪਣੇ ਥਾਨ ਸਿਧਾਏ। ਇਸ ਤਰ੍ਹਾਂ ਆਪੋ ਆਪਣੇ ਘਰ ਜਦੋਂ ਬਾਬਾ ਰਾਮ ਕੋਇਰ ਜੀ ਦੀ ਸਮਾਧੀ ਲੱਗ ਗਈ, ਬਚਨ ਬੋਲਣੋਂ ਚੁੱਪ ਕਰ ਗਏ, ਸੰਗਤ ਮੱਥਾ ਟੇਕ ਕੇ ਆਪੋ ਆਪਣੇ ਘਰ ਵਾਪਸ ਆ ਗਈ ਹੈ। ਆਸ਼ਲ ਪਹਿਰ ਦਿਵਸ ਕੋ ਹੋਤੇ, ਕਹਿਣ ਲੱਗੇ ਵੀ ਉਸ ਵੇਲੇ ਦਿਨ ਦਾ ਪਿਛਲਾ ਪਹਿਰ ਸੀ, ਮੰਨ ਲਓ ਵੀ ਸ਼ਾਮ ਦੇ 4-5 ਵਜੇ ਹੋਣਗੇ, ਸ਼ਾਮ ਦਾ ਸਮਾਂ ਸੀ ਜਿਸ ਵੇਲੇ ਸਮਾਧੀ ਵਿੱਚ ਬੈਠੇ ਹਨ। ਬੁੱਢਾ ਤਬ ਸਮਾਧ ਮਹਿ ਜੁਤ, ਬਾਬਾ ਬੁੱਢਾ ਸਾਹਿਬ ਜੀ ਕੁਲ ਦੇ ਵਿੱਚ ਨੇ, ਭਾਈ ਰਾਮ ਕੋਇਰ ਜੀ ਸ਼ਾਮ ਨੂੰ 4-5 ਵਜੇ ਸਮਾਧੀ ਦੇ ਵਿੱਚ ਬੈਠ ਗਏ ਹਨ। ਸਰਵਜਾਮਨੀ ਤਿਵੇਂ ਬਤਾਈ, ਸਾਰੀ ਰਾਤ ਉੱਥੇ ਹੀ ਬੈਠੇ ਰਹੇ, ਜਿੱਥੇ ਸ਼ਾਮ ਨੂੰ ਬੈਠੇ ਸਨ ਨਾ 3 ਵਜੇ ਚੌਂਕੜਾ ਲਾ ਕੇ, ਸ਼ਾਮ ਵੀ ਪੈ ਗਈ, ਰਾਤ ਵੀ ਹੋ ਗਈ, ਸਾਰੀ ਰਾਤ ਲੰਘ ਗਈ, ਉਸੇ ਤਰ੍ਹਾਂ ਚੌਂਕੜਾ ਲਾ ਕੇ ਥਾਂ ਤੇ ਬੈਠੇ ਹਨ। ਜਾਗੇ ਜਬ ਪ੍ਰਭਾਤ ਹੋਇਆ, ਜਦੋਂ ਅਗਲਾ ਦਿਨ ਚੜਿਆ ਨਾ ਤੇ ਸੇਵਾਦਾਰ ਨੇ ਕੋਲ ਜਾ ਕੇ ਚਰਨਾਂ ਤੋਂ ਫੜ ਕੇ ਆਖਿਆ, ਕਹਿਣ ਲੱਗੇ ਮਹਾਂਪੁਰਖੋ ਅੰਮ੍ਰਿਤ ਵੇਲਾ ਹੋ ਗਿਆ ਹੈ। ਜਦੋਂ ਸੇਵਾਦਾਰ ਨੇ ਚਰਨਾਂ ਨੂੰ ਫੜ ਕੇ ਆਖਿਆ ਨਾ ਅੰਮ੍ਰਿਤ ਵੇਲਾ ਹੋ ਗਿਆ, ਉਦੋਂ ਆਪਣੇ ਨੇਤਰ ਖੋਲੇ, ਕਹਿਣ ਲੱਗੇ ਜਾਓ ਫਿਰ ਜਲ ਲੈ ਕੇ ਆਓ, ਇਸ਼ਨਾਨ ਕਰੀਏ। ਅੰਮ੍ਰਿਤ ਵੇਲੇ ਫਿਰ ਸਮਾਧੀ ਖੁੱਲੀ ਹੈ। ਉੱਠ ਕਰ ਸੌਚ ਸਮੇਤ ਇਸ਼ਨਾਨੇ, ਉਸ ਵੇਲੇ ਉੱਠ ਕੇ ਸ਼ੌਚ ਕਿਰਿਆ ਕੀਤੀ, ਦਾਤਨ ਕੁਰਲਾ ਕੀਤਾ, ਫਿਰ ਇਸ਼ਨਾਨ ਪਾਣ ਕੀਤੇ ਹਨ। ਫਿਰੇ ਆਨ ਆਸਨ ਜਿਸ ਤੇ ਥਾਨੇ, ਕਹਿਣ ਲੱਗੇ ਫਿਰ ਉਸੇ ਥਾਂ ਤੇ ਹੀ ਬੈਠ ਗਿਆ, ਬਸ ਇਸ਼ਨਾਨ ਕਰਨ ਵਾਸਤੇ ਉੱਠੇ ਇੱਕ ਵਾਰੀ ਜ਼ਰੂਰ, ਇਸ਼ਨਾਨ ਪਾਣ ਕੀਤਾ ਹੈ, ਫਿਰ ਉਸੇ ਜਗ੍ਹਾ ਤੇ ਆ ਕੇ ਬੈਠ ਗਏ ਹਨ। ਸੁਨਨ ਹੇਤ ਸ਼ਰੋਤਾ ਚਲਿਆ, ਇੰਨੇ ਚਿਰ ਨੂੰ ਜਿਹੜੇ ਸਰੋਤੇ ਸਨ, ਜਿਵੇਂ ਹੁਣ ਆਪਣੇ ਇੱਥੇ ਕਥਾ ਦਾ ਇੱਕ ਟਾਈਮ ਹੈ ਵੀ ਸਵੇਰੇ ਕਥਾ ਦਾ ਸਮਾਂ ਇੰਨੇ ਵਜੇ ਦਾ ਹੈ, ਸ਼ਾਮ ਨੂੰ ਇੰਨੇ ਵਜੇ ਦਾ ਹੈ, ਅਸੀਂ ਉਸ ਹਿਸਾਬ ਨਾਲ ਪਹਿਲਾਂ ਆ ਕੇ ਬੈਠ ਜਾਂਦੇ। ਸੰਗਤ ਦਾ ਵੀ ਉਸ ਵੇਲੇ ਸਮਾਂ ਹੋ ਗਿਆ ਵੀ ਰਾਤੀ ਤੇ ਬਾਬਾ ਜੀ ਦੀ ਸਮਾਧੀ ਲੱਗ ਗਈ ਹੈ, ਚਲੋ ਹੁਣ ਦਿਨ ਚੜਿਆ ਹੈ, ਚੱਲੀਏ ਫਿਰ ਜਾ ਕੇ ਕਥਾ ਸੁਣੀਏ। ਅਗਲਾ ਦਿਨ ਚੜਿਆ ਹੈ, ਸੰਗਤ ਫਿਰ ਕੋਲ ਆ ਕੇ ਬੈਠ ਗਈ ਹੈ। ਗੁਰੂ ਚਰਿਤ੍ਰ ਜਿਨ ਕੇ ਮਨ ਭਾਏ, ਗੁਰੂ ਦੇ ਕੌਤਕ ਜਿਨ੍ਹਾਂ ਸੰਗਤਾਂ ਦੇ ਮਨ ਨੂੰ ਚੰਗੇ ਲੱਗਦੇ ਭਾਉਂਦੇ ਨੇ, ਉਹ ਸੰਗਤਾਂ ਆ ਗਈਆਂ ਹਨ। ਸੰਮਤ 1781, ਕਹਿਣ ਲੱਗੇ ਵੀ 1781 ਜਿਹੜਾ ਸੰਮਤ ਹੈ, ਜੇਠ ਮਾਸ ਇਹੋ ਕਥਾ ਪ੍ਰਕਾਸ਼ੀ, ਤੇ ਕਹਿਣ ਲੱਗੇ ਵੀ ਜੇਠ ਦਾ ਮਹੀਨਾ ਸੀ। ਇਹ ਜਿਹੜੀ ਕਥਾ ਆਪਾਂ ਸਰਵਣ ਕਰ ਰਹੇ ਹਾਂ ਨਾ, ਇਹ ਕਥਾ ਜਿਹੜੀ ਹੈ ਇਹ 1781 ਸੰਮਤ ਲਿਖਿਆ ਹੈ, ਔਰ ਜੇਠ ਦਾ ਮਹੀਨਾ ਹੈ ਜਦੋਂ ਇਹ ਕਥਾ, ਇਹ ਬਚਨ ਜਿਹੜੇ ਹਨ ਉਹ ਆਪਾਂ ਸਰਵਣ ਕਰ ਰਹੇ ਹਾਂ। ਸਿੰਘ ਸਿੱਖਨ ਕੋ ਲਾਗਿਓ ਦੀਵਾਨ, ਤੇ ਕਹਿਣ ਲੱਗੇ ਸਿੱਖਾਂ ਦੇ ਉਸ ਵੇਲੇ ਦੀਵਾਨ ਸਜੇ ਹੋਏ ਹਨ। ਰਾਮ ਕੋਇਰ ਤੋ ਤਬ ਕਰਤ ਤੇ ਵਿਖਾਨ, ਬਾਬਾ ਰਾਮ ਕੋਇਰ ਜੀ ਉਸ ਵੇਲੇ ਕਥਾ ਨੂੰ ਅੱਗੇ ਕਹਿਣ ਲੱਗੇ ਹਨ। ਭੂਲ ਚੂਕ ਮੁਝ ਤੇ ਜਹ ਹੋਏ, ਤੇ ਉਸ ਵੇਲੇ ਆਖਦੇ ਭਾਈ ਜੇ ਸਾਡੇ ਕੋਲੋਂ ਕੋਈ ਭੁੱਲ ਚੁੱਕ ਹੁੰਦੀ ਹੈ, ਗੁਰਬਖਸ਼ਿੰਦ ਬਖਸ਼ ਹੈ ਸੋਏ, ਸਤਿਗੁਰੂ ਬਖਸ਼ਣਹਾਰ ਨੇ ਉਹ ਬਖਸ਼ ਲੈਣਗੇ। ਭਾਈ ਰਾਮ ਕੋਇਰ ਜੀ ਦੀ ਕਥਾ ਭਾਈ ਸੰਤੋਖ ਸਿੰਘ ਆਪਾਂ ਨੂੰ ਸਰਵਣ ਕਰਵਾ ਰਹੇ ਨੇ। ਭਾਈ ਸੰਤੋਖ ਸਿੰਘ ਜੀ ਕਹਿੰਦੇ ਜੇ ਮੇਰੇ ਤੋਂ ਕਥਾ ਸੁਣਾਉਂਦਿਆਂ ਗੁਰੂ ਕੀ ਸੰਗਤ ਭੁੱਲ ਚੁੱਕ ਹੋ ਜਾਵੇ ਤੇ ਆਪ ਸੰਗਤਾਂ ਨੇ ਮਾਫ ਕਰ ਦੇਣਾ। ਭਾਈ ਸੰਤੋਖ ਸਿੰਘ ਜੀ ਇਸ ਵੇਲੇ ਸੱਚਖੰਡ ਵਿੱਚ ਬਿਰਾਜੇ, ਸਰੀਰ ਛੱਡ ਗਏ, ਪਰ ਉਹਨਾਂ ਦੀਆਂ ਬੇਨਤੀਆਂ ਅੱਜ ਵੀ ਸੰਗਤ ਵਿੱਚ ਹੋ ਰਹੀਆਂ। ਲਿਖ ਕੇ ਜੂ ਗਏ ਆਪਣੇ ਬਚਨਾਂ ਵਿੱਚ ਇਹ ਬਚਨ ਲਿਖਿਆ, ਕਹਿਣ ਲੱਗੇ ਗੁਰੂ ਕੀ ਸੰਗਤ ਕਥਾ ਸੁਣਾਉਂਦਿਆਂ ਲਿਖਦਿਆਂ ਮੇਰੇ ਕੋਲੋਂ ਕੋਈ ਵਾਧਾ ਘਾਟਾ ਹੋ ਗਿਆ ਹੋਵੇ, ਆਪ ਸੰਗਤ ਨੇ ਮਾਫ ਕਰ ਦੇਣਾ। ਆਪ ਸੰਗਤ ਨੇ ਗੁਰੂ ਅੱਗੇ ਅਰਦਾਸ ਕਰਨੀ ਕਿ ਮਹਾਰਾਜ ਮੇਰੀਆਂ ਗਲਤੀਆਂ ਮਾਫ ਕਰ ਦੇਣਾ ਕਰਨਾ। ਅਗਮ ਅਗਾਧ ਗੁਰੂ ਇਤਿਹਾਸ, ਕਿਉਂਕਿ ਗੁਰੂ ਪਾਤਸ਼ਾਹ ਅਗਮ ਅਗਾਧ ਨੇ, ਮਹਾਰਾਜ ਦਾ ਅੰਤ ਕੋਈ ਨਹੀਂ ਪਾ ਸਕਦਾ। ਕੋਈ ਵੀ ਕਵੀ, ਇਤਿਹਾਸਕਾਰ, ਰਾਈਟਰ, ਲਿਖਣ ਵਾਲਾ, ਛਾਪਣ ਵਾਲਾ, ਬੋਲਣ ਵਾਲਾ, ਕਹਿਣ ਵਾਲਾ ਇਹ ਨਹੀਂ ਕਹਿ ਸਕਦਾ ਕਿ ਮੈਂ ਗੁਰੂ ਦਾ ਪੂਰਾ ਇਤਿਹਾਸ ਤੁਹਾਨੂੰ ਸੁਣਾ ਦਿੱਤਾ ਹੈ। ਨਾ ਕੋਈ ਸੁਣਾ ਸਕਦਾ ਹੈ ਪੂਰਾ ਇਤਿਹਾਸ, ਨਾ ਕੋਈ ਪੂਰਾ ਇਤਿਹਾਸ ਸੁਣ ਸਕਦਾ, ਸੁਣ ਵੀ ਨਹੀਂ ਸਕਦੇ ਆਪਾਂ। ਤੁਸੀਂ ਸਾਰੀ ਉਮਰ ਵੱਡੇ ਵੱਡੇ ਵਿਦਵਾਨਾਂ ਦੀ ਕਥਾ ਲਾ ਕੇ ਸੁਣਦੇ ਰਹੋ, ਸੁਣਦਿਆਂ ਸੁਣਦਿਆਂ ਸਾਡੀ ਜ਼ਿੰਦਗੀ ਦਾ ਅੰਤ ਆ ਜਾਣਾ, ਪਰ ਕਥਾ ਦਾ ਅੰਤ ਕੋਈ ਨਹੀਂ ਹੋਵੇਗਾ। ਗੁਰੂ ਦੀ ਕਥਾ ਨਾ ਸੁਣ ਕੇ ਅੰਤ ਹੈ, ਗੁਰੂ ਦੀ ਕਥਾ ਦਾ ਨਾ ਕਹਿ ਕੇ ਅੰਤ ਹੈ, ਗੁਰੂ ਦੀ ਕਥਾ ਨਾ ਲਿਖ ਕੇ ਅੰਤ ਪਾਇਆ ਜਾਂਦਾ ਹੈ। ਐਸੀ ਬੇਅੰਤ ਕਥਾ ਮਹਾਰਾਜ ਜੀਆਂ ਦੀ ਹੈ। ਨਰ ਬਪੁਰੇ ਕੀ ਬੁੱਧ ਕਹਾਂ ਸੋ, ਕਹਿਣ ਲੱਗੇ ਵੀ ਇਹ ਬੰਦੇ ਵਿਚਾਰੇ ਦੀ ਕੀ ਮਤ ਹੈ, ਬੰਦਾ ਕੌਣ ਹੁੰਦਾ ਹੈ, ਬੰਦਾ ਕਿੰਨੀ ਕੁ ਤਾਕਤ ਦਾ ਮਾਲਕ ਹੈ ਵੀ ਆਪਣੇ ਗੁਰੂ ਦੀ ਪੂਰੀ ਸਿਫਤ ਵਰਣਨ ਕਰ ਸਕੇ। ਜਥਾ ਸਮੁੰਦਰ ਨਾਸੀਪ ਉਲੀਚਾ, ਇੱਕ ਉਦਾਹਰਨ ਦਿੰਦੇ ਨੇ, ਕਹਿਣ ਲੱਗੇ ਵੀ ਸਮੁੰਦਰ ਦਾ ਪਾਣੀ ਸਿੱਪੀ ਦੇ ਨਾਲ ਝਟਿਆ ਨਹੀਂ ਜਾਂਦਾ ਹੈ।
ਸਮੁੰਦਰ ਹੋਵੇ ਨਾ ਪਾਣੀ ਦਾ ਭਰਿਆ, ਹੁਣ ਸਿੱਪੀ ਦਾ ਤੇ ਆਪਾਂ ਨੂੰ ਪਤਾ ਨਹੀਂ ਹੋਣਾ, ਆਪਾਂ ਸਿੱਧਾ ਜੇ ਬਚਨ ਸਮਝ ਲਈਏ ਵੀ ਸਮੁੰਦਰ ਪਾਣੀ ਦਾ ਭਰਿਆ ਹੈ, ਆਪਾਂ ਦੋਵੇਂ ਹੱਥਾਂ ਦਾ ਬੁੱਕ ਬਣਾ ਕੇ ਪਾਣੀ ਝੱਟਣ ਲੱਗ ਪਈਏ ਕਿ ਮੈਂ ਸਮੁੰਦਰ ਨੂੰ ਖਾਲੀ ਕਰਨਾ, ਤੁਹਾਡੀ ਜ਼ਿੰਦਗੀ ਮੁੱਕ ਜਾਏਗੀ ਪਾਣੀ ਝੱਟਦਿਆਂ ਝੱਟਦਿਆਂ, ਪਰ ਸਮੁੰਦਰ ਨਹੀਂ ਜੇ ਮੁੱਕਣਾ। ਇਹ ਬਚਨ ਹੈ ਸਮਝਾਉਣ ਵਾਸਤੇ। ਕਹਿਣ ਲੱਗੇ ਜਿਵੇਂ ਹੱਥਾਂ ਦੇ ਨਾਲ ਪਾਣੀ ਝੱਟਿਆਂ ਮੁੱਕ ਨਹੀਂ ਸਕਦਾ ਹੈ, ਸਮੁੰਦਰ ਉਸੇ ਤਰ੍ਹਾਂ ਹੀ ਭਰਿਆ ਹੈ। ਗੁਰੂ ਦੀ ਕਥਾ ਸੁਣ ਕੇ ਸਾਡਾ ਜੀਵਨ ਤੇ ਮੁੱਕ ਜਾਏਗਾ, ਪਰ ਗੁਰੂ ਦੀ ਕਥਾ ਮੁੱਕਣੀ ਨਹੀਂ ਹੈ। ਇੱਕ ਵਾਰੀ ਆਖੀਏ ਸਤਨਾਮ ਸ੍ਰੀ ਵਾਹਿਗੁਰੂ। ਐਸੀ ਅਗਾਧ ਬੋਧ ਕਥਾ ਹੈ ਜੋ ਸਤਿਗੁਰਾਂ ਦੀ ਵਰਣਨ ਕੀਤੀ ਹੈ। ਤਾਰੇ ਜਿਮ ਅਸੰਖ ਨਭ ਵਿਚ। ਕਹਿਣ ਲੱਗੇ ਵੀ ਆਕਾਸ਼ ਦੇ ਵਿੱਚ ਤਾਰੇ ਬੜੇ ਨੇ। ਰਾਤ ਨੂੰ ਅਸੀਂ ਜਦੋਂ ਮੰਜਾ ਢਾਹ ਕੇ ਸੌਂਦੇ ਆ ਨਾ ਕੋਠੇ ਦੀ ਛੱਤ ਉੱਤੇ, ਤੇ ਸਾਨੂੰ ਨੇੜੇ ਨੇੜੇ ਵਾਲੇ ਤਾਰੇ ਦਿਸਦੇ, ਪਰ ਦੂਰ ਵਾਲੇ ਕੋਈ ਨਹੀਂ ਦਿਸਦੇ। ਅਸੀਂ ਨੇੜੇ ਵਾਲੇ 5 10 15 20 ਤਾਰੇ ਗਿਣ ਲਾਂਗੇ, ਜਾਂ ਸਾਡੀ ਨਿਗਾਹ ਬਹੁਤੀ ਤਗੜੀ ਹੋਵੇਗੀ ਤੇ ਹੋਰ 10 15 ਗਿਣ ਲਵਾਂਗੇ, ਪਰ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਵੀ ਮੈਂ ਸਾਰੇ ਤਾਰੇ ਗਿਣ ਲੈਣੇ। ਸਾਰੇ ਤਾਰੇ ਗਿਣੇ ਨਹੀਂ ਜਾਂਦੇ ਹਨ। ਤਥਾ ਕਥਾ ਗੁਰ ਵਰਨੈ ਕੌਣ। ਇਸੇ ਤਰ੍ਹਾਂ ਜਿਵੇਂ ਤਾਰੇ ਨਹੀਂ ਗਿਣੇ ਜਾ ਸਕਦੇ, ਉਵੇਂ ਗੁਰੂ ਦੇ ਗੁਣ ਵੀ ਵਰਣਨ ਨਹੀਂ ਕੀਤੇ ਜਾ ਸਕਦੇ। ਘਨ ਹਰ ਬੂੰਦ ਬਸੋ ਰਮਾਵਲ, ਕੁਸਮ ਬਸੰਤ ਗਨੰਤ ਨ ਆਵੈ। ਰਵ ਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੈ। रुद्र ध्यान ज्ञान सतगुर के कब जन भल, उन है जो गावै भले अमरदास गुण तेरे तेरी उपमा तोहे बन आवे। दुनिया ते कोई ऐसा विद्वान नहीं पैदा होया जिहड़ा ये गल कह देवे कि मैं धरती दे सारे फुल गिन लैने। असीं एक बगीची दे फुल नहीं गिन सकते कि बगीचे विच लगे, सारी धरती दे गिनने बड़े औखे। कोई दुनिया का साइंसदान ये नहीं कह सकता भी चंद्रमा ते सूरज दीयां किरणां किन्नियां धरती ते पैंदियां मैं गिन के दस देवांगा। नहीं, इहो जिहा जंतर ही कोई नहीं बनिया। चंद्रमा ते सूरज दीयां किरणां गिनियां नहीं जा सकदियां। जिवें चंद्रमा ते सूरज दी किरणां नहीं गिनी जा सकदी है, धरती दे फुੱਲ नहीं गिने जा सकते। सौण दे महीने विच किन्ना कू मींह पैंदा है, ਬੱਦਲਾਂ ਦੇ ਵਿੱਚੋਂ ਕਿੰਨੀਆਂ ਬੂੰਦਾਂ ਧਰਤੀ ਤੇ ਡੁੱਲਦੀਆਂ ਡਿੱਗਦੀਆਂ ਨੇ, ਕੋਈ ਬੰਦਾ ਗਿਣ ਕੇ ਨਹੀਂ ਦੱਸ ਸਕਦਾ ਵੀ ਕਿੰਨੀਆਂ ਬੂੰਦਾਂ ਧਰਤੀ ਤੇ ਪਈਆਂ। ਧੰਨ ਗੁਰੂ ਅਮਰਦਾਸ ਮਹਾਰਾਜ ਜੀ, ਤੁਹਾਡੇ ਗੁਣ ਵੀ ਇਸ ਤਰ੍ਹਾਂ ਕੋਈ ਦੱਸ ਨਹੀਂ ਸਕਦਾ ਹੈ। ਤੁਹਾਡੇ ਗੁਣ ਬੇਅੰਤ ਨੇ। ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ। ਤੂੰ ਬੇਅੰਤ ਕੋ ਵਿਰਲਾ ਜਾਣ। ऐसी आप जी दी उपमा है। कहत सुनत सिखन सुख पाउन। ਜਿਹੜੇ ਵੀ ਸਿੱਖ ਕਹਿਣਗੇ ਜਾਂ ਸੁਣਨਗੇ ਸੁਖ ਪਾਉਣਗੇ। ਗੁਰਮੁਖੋ ਬਚਨ ਇਹ ਹੈ ਵੀ ਜੇ ਗੁਰੂ ਦੀ ਜੀਵਨ ਦਾ ਜਾਂ ਕਥਾ ਦਾ ਅੰਤ ਨਹੀਂ, ਤੇ ਇਹਦਾ ਮਤਲਬ ਇਹ ਨਹੀਂ ਵੀ ਆਪਾਂ ਕਥਾ ਸੁਣਨੀ ਨਹੀਂ ਹੈ ਜਾਂ ਆਪਾਂ ਕਥਾ ਕਰਨੀ ਨਹੀਂ ਹੈ। ਸਤਿਗੁਰਾਂ ਨੇ ਇਹ ਲਿਖਿਆ ਵੀ ਅੰਤ ਨਹੀਂ ਹੈ, ਪਰ ਇਹ ਨਹੀਂ ਕਿਹਾ ਵੀ ਸੁਣੋ ਹੀ ਨਾ। ਜਿਹੜੇ ਜਿਹੜੇ ਇਸ ਕਥਾ ਨੂੰ ਸੁਣਨਗੇ, ਜਿਹੜੇ ਇਸ ਕਥਾ ਨੂੰ ਸੁਣਾਉਣਗੇ, ਜਿਹੜੇ ਇਸ ਕਥਾ ਦੀ ਕਮਾਈ ਕਰਨਗੇ, ਜੀਵਨ ਦੇ ਵਿੱਚ ਅਮਲੀ ਜਾਮਾ ਪਹਿਨਾਉਣਗੇ ਵੀ ਅੱਜ ਮੈਂ ਗੁਰੂ ਦਾ ਬਚਨ ਸੁਣ ਕੇ ਆਇਆ ਹਾਂ, ਮੈਂ ਇਹ ਬਚਨ ਦੀ ਕਮਾਈ ਕਰਨੀ ਹੈ। ਜਿਹੜੇ ਕਮਾਈ ਕਰਨਗੇ ਉਹ ਸੁੱਖਾਂ ਦੀ ਪ੍ਰਾਪਤੀ ਕਰਦੇ ਹਨ। ਸਕਲ ਕਾਮਨਾ ਪੂਰਨ ਹਾਰੀ। ਉਹਨਾਂ ਦੀ ਕਾਮਨਾ ਪੂਰੀ ਹੋਵੇਗੀ। ਗੁਰਮੁਖੋ ਕਈ ਵਾਰੀ ਅਸੀਂ ਕੋਈ ਪਦਾਰਥ ਮੰਗਦੇ ਆ, ਸਾਨੂੰ ਮਿਲਦਾ ਨਹੀਂ, ਪਰ ਮਹਾਰਾਜ ਕਹਿੰਦੇ ਜਿਹੜਾ ਕਥਾ ਨੂੰ ਰੋਜ਼ ਸੁਣੇਗਾ ਨਾ ਨੇਮ ਦੇ ਨਾਲ, ਤੇ ਜੇ ਉਹ ਅਰਦਾਸ ਕਰੇਗਾ, ਕੋਈ ਦੁਨੀਆ ਵਿੱਚ ਇਸ ਤਰ੍ਹਾਂ ਦਾ ਕੰਮ ਨਹੀਂ ਜਿਹੜਾ ਉਹਦਾ ਨਹੀਂ ਬਣੇਗਾ, ਜ਼ਰੂਰ ਬਰ ਜ਼ਰੂਰ ਹੋ ਜਾਵੇਗਾ। ਇਹ ਕਥਾ ਜਿਹੜੀ ਹੈ ਸਾਰੀਆਂ ਕਾਮਨਾਵਾਂ ਮਨ ਦੇ ਫੁਰਨੇ ਪੂਰੇ ਕਰਨ ਵਾਲੀ ਹੈ। ਐਸੀ ਵੱਡੀ ਦਾਤ ਮਿਲਦੀ ਹੈ। ਸਿੱਖੀ ਹੋਈ ਸ਼ਰਧਾ ਔਰ ਭਾਰੀ। ਇਕੱਲੀ ਸਿੱਖੀ ਨਹੀਂ ਮਿਲੇਗੀ, ਸਿੱਖੀ ਦੇ ਨਾਲ ਤੇਰੇ ਮਨ ਵਿੱਚ ਸ਼ਰਧਾ ਪੈਦਾ ਹੋ ਜਾਵੇ। ਅਜੇ ਆਪਾਂ ਨਿਸ਼ਰਧਕ ਹੀ ਹਾਂ, ਸਾਡਾ ਪੂਰਾ ਭਰੋਸਾ ਨਹੀਂ ਹੈ ਗੁਰੂ ਦੇ ਉੱਪਰ। ਕਦੇ ਕਦੇ ਸਾਡੇ ਮਨ ਵਿੱਚ ਸ਼ੰਕਾ ਆ ਜਾਂਦਾ, ਕਦੇ ਕਦੇ ਸਾਡੇ ਮਨ ਵਿੱਚ ਭੁਲੇਖਾ ਆ ਜਾਂਦਾ, ਕਦੇ ਕਦੇ ਅਸੀਂ ਡੋਲ ਜਾਂਦੇ ਹਾਂ, ਗੁਰੂ ਦਾ ਦਰ ਛੱਡ ਕੇ ਦੂਜੇ ਤੀਜੇ ਪਾਸੇ ਚਲੇ ਜਾਂਦੇ ਹਾਂ। ਪਰ ਜਦੋਂ ਅਸੀਂ ਕਥਾ ਨੂੰ ਰੋਜ਼ ਸੁਣਾਂਗੇ ਗੁਰੂ ਦਰਬਾਰ ਦੇ ਵਿੱਚ ਆ ਕੇ, ਸਾਡੇ ਮਨ ਦੇ ਵਿੱਚ ਐਸੀ ਸ਼ਰਧਾ ਬਣ ਜਾਵੇਗੀ, ਸਾਡਾ ਮਨ ਕਦੇ ਡੋਲੇਗਾ ਹੀ ਨਹੀਂ। ਸਾਨੂੰ ਦੂਜਾ ਤੀਜਾ ਕੋਈ ਜਿੰਨਾ ਮਰਜ਼ੀ ਆ ਕੇ ਕਹੀ ਜਾਵੇ ਵੀ ਚੱਲ ਫਲਾਣੀ ਥਾਂ 'ਤੇ ਚੱਲੀਏ, ਸਾਡਾ ਮਨ ਮੰਨੇਗਾ ਹੀ ਨਹੀਂ। ਸਾਡਾ ਭਰੋਸਾ ਗੁਰੂ 'ਤੇ ਹੀ ਵੱਧ ਜਾਣਾ ਹੈ।
ਐਸੀ ਇਹ ਕਥਾ ਮਨ ਵਿੱਚ ਸ਼ਰਧਾ ਪੈਦਾ ਕਰਦੀ ਗੁਰ ਹੈ। ਕਰਨਾ ਤੇ ਚਾਰ ਪਦਾਰਥ, ਜੇ ਗੁਰੂ ਕਿਰਪਾ ਕਰ ਦੇਵੇ, ਚਾਰ ਪਦਾਰਥ ਇਹਦੇ ਵਿੱਚੋਂ ਪ੍ਰਾਪਤ ਹੁੰਦੇ ਨੇ, ਧਰਮ, ਅਰਥ ਤੇ ਕਾਮ, ਮੋਕਸ਼। ਇਹ ਜਿਹੜੇ ਚਾਰ ਪਦਾਰਥ ਨੇ, ਜੇ ਗੁਰੂ ਕਿਰਪਾ ਕਰੇ ਤੇ ਉਹ ਚਾਰੇ ਦੇ ਚਾਰੇ ਪਦਾਰਥ ਨਾਮ ਜਪਣ ਵਾਲਿਆਂ ਨੂੰ, ਬਾਣੀ ਪੜਨ ਵਾਲਿਆਂ ਨੂੰ ਪ੍ਰਾਪਤ ਹੁੰਦੇ ਹਨ। ਆਏ ਕਥਾ ਤੇ ਪੁਰਵੈ ਸਾਰਥ, ਜਿਹੜਾ ਜਿਹੜਾ ਇਸ ਕਥਾ ਨੂੰ ਸੁਣੇਗਾ, ਜੋ ਇਹ ਕਥਾ ਸੁਣੇ ਰਗਾਵੇ, ਦੁਖ ਪਾਪ ਤਹ ਨਿਕਟ ਨਾ ਤੇ ਨਿਕਟ ਨਾ ਆਵੇ। ਦੁੱਖ ਵੀ ਨੇੜੇ ਨਹੀਂ ਆਵੇਗਾ, ਪਾਪ ਕਰਨ ਵਾਲੀ ਬੁੱਧੀ ਵੀ ਚਲੇ ਜਾਏਗੀ, ਪਾਪ ਵੀ ਨਹੀਂ ਹੋਵੇਗਾ। ਜਿਹੜਾ ਜਿਹੜਾ ਇਸ ਕਥਾ ਨੂੰ ਸੁਣੇਗਾ, ਉਹਦੇ ਸਾਰੀਆਂ ਹੀ ਮਨ ਦੀਆਂ ਮੁਰਾਦਾਂ ਪੂਰੀਆਂ ਹੋ ਜਾਣਗੀਆਂ। ਕੋਈ ਵੀ ਉਹ ਮਨ ਵਿੱਚ ਮੁਰਾਦ ਲੈ ਕੇ ਆਇਆ, ਇੱਛਾ ਲੈ ਕੇ ਆਇਆ ਹੈ, ਉਹਦੀ ਇੱਛਾ ਪੂਰੀ ਹੋ ਜਾਵੇਗੀ। ਐਸੀ ਦਾਤ ਮਿਲਦੀ ਹੈ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਬਚਨ ਗੁਰੂ ਕਾ ਹਿਰਦੇ ਵਸੇ, ਭੁੱਲਾਂ ਦਾਸ ਦੀਆਂ ਮੁਆਫ ਕਰਨੀਆਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅੱਗੇ ਹੋਰ ਕਿਹੜੇ ਕਿਹੜੇ ਬਚਨ ਕਰਨਗੇ, ਉਹ ਆਪਾਂ ਕੱਲ ਦੇ ਦੀਵਾਨ ਵਿੱਚ ਸਰਵਨ ਕਰਾਂਗੇ। ਲੇਖਾ ਕਤਹਿ ਨ ਛੁਟੀਐ, ਅਨਖ ਨ ਭੂਲਣ ਹਾਰ, ਬਖਸ਼ਨ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ